तब ਵੇਖ ਗੁਲੇਰੀਆ ਨ੍ਰਿਪ ਗੋਪਾਲ। ਕਹਿੰਦੇ ਗੁਲੇਰੀਆ ਗੋਪਾਲ ਚੰਦ ਨੇ ਜਦੋਂ ਵੇਖਿਆ ਕਿ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਉਹਦੇ ਮੁਰੀਦ ਅੱਗੇ ਵਧ ਰਹੇ ਹਨ, ਤਿਤ ਗਇਓ ਧਾਏ ਨੇ ਭੜਨ ਜਾਲ। ਗੁਲੇਰੀਆ ਆਪਣੀ ਫੌਜ ਲੈ ਕੇ 94 ਯੋਧੇ ਲੈ ਕੇ ਪੀਰ ਬੁੱਧੂ ਸ਼ਾਹ ਦੇ ਮੁਕਾਬਲੇ ਤੇ ਉਤਰਿਆ। ਗੁਲਕਾਨ ਪੁੰਜ ਬਰਖਾ ਸੁਕੀਨ। ਪਹਾੜੀ ਰਾਜਿਆਂ ਨੇ ਪੀਰ ਬੁੱਧੂ ਸ਼ਾਹ ਦੀ ਫੌਜ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਬਕ ਮਾਰ ਮਾਰ ਬੜ ਓਜ ਦੀ। ਮਾਰ ਲੋ ਕਰਦੇ ਆਪਣੇ ਯੋਧਿਆਂ ਦਾ ਹੌਸਲਾ ਵਧਾਉਂਦੇ ਨੇ। ਸੁਤ ਚਤੁਰ ਪੀਰ ਕੇ ਬਲ ਵਿਸਾਰ। ਪੀਰ ਬੁੱਧੂ ਸ਼ਾਹ ਦੇ 4 ਪੁੱਤਰ ਬੜੇ ਗੱਭਰੂ ਸ਼ਹਿਰ ਸ਼ਬੀਲੇ ਬਲੀ ਯੋਧੇ ਹੋਏ ਖਰੇ ਅਗਰ ਪਿਖ ਕਹਿ ਗੋਪਾਲ। ਗੋਪਾਲ ਚੰਦ ਦਾ ਮੁਕਾਬਲਾ ਕਰਨ ਲਈ ਸਾਹਮਣੇ ਜਾ ਨਿਤਰੇ ਨੇ। ਚਲ ਖੈਂ ਤੂੰ ਫੰਗ ਗੁਲਕਾਨ ਕੇ। ਦੋਵਾਂ ਪਾਸਿਆਂ ਤੋਂ ਸੂਰਮਿਆਂ ਨੇ ਗੋਲੀਆਂ ਦੀ ਛੜਕ ਚਲਾ ਦਿੱਤੀ ਹੈ। ਕਾੜ ਕਾੜ ਕਰਦੀਆਂ ਗੋਲੀਆਂ ਦਾ ਮੀਂਹ ਵਸਿਆ ਹੈ। ਗਿਰ ਨਰਨ ਮਾਰ ਸਿਰ ਹੋਇ ਦਲੇ। ਜਿਨ੍ਹਾਂ ਦੀਆਂ ਛਾਤੀਆਂ 'ਚ ਗੋਲੀਆਂ ਲੱਗਦੀਆਂ ਨੇ ਧੜਾਮ ਧੜਾਮ ਕਰਕੇ ਧਰਤੀ ਤੇ ਡਿੱਗਦੇ ਨੇ। ਤਿਨ ਸੰਗ ਮੁਰੀਦ ਜੇ ਮੁਸਲਮਾਨ। ਉਹਨਾਂ ਦੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਮੁਸਲਮਾਨ 700 ਮੁਰੀਦ ਨੇ, ਸਭ ਕੁਪੇ ਕੀਨ ਨੰਗੇ ਕਿਰਪਾਨ। ਨਵੀਆਂ ਤੇਗਾਂ ਲੈ ਕੇ ਪਹਾੜੀ ਰਾਜਿਆਂ ਦੇ ਗਲ ਪੈ ਗਏ। ਦੇਖੋ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਆਦਰਸ਼ ਕੈਸਾ ਸੀਗਾ, ਉਹਨਾਂ ਦੀ ਹਸਤੀ ਕੈਸੀ ਸੀ ਕਿ ਕਈ ਲੋਕ ਸਮਝਦੇ ਆ ਵੀ ਉਹ ਮੁਸਲਮਾਨਾਂ ਦੇ ਵੈਰੀ ਸਨ, ਜਾਂ ਉਹ ਹਿੰਦੂਆਂ ਦੇ ਪੱਖੀ ਸਨ, ਜਾਂ ਉਹ ਕਿਸੇ ਕੌਮ ਦੇ। ਮਹਾਰਾਜ ਧਰਮ ਦੇ ਪੱਖੀ ਸਨ। ਜਿੱਥੇ ਧੱਕਾ ਹੁੰਦਾ ਹੋਵੇ ਉਹਦੇ ਹੱਕ ਵਿੱਚ, ਮਜ਼ਲੂਮ ਦੇ ਹੱਕ 'ਚ ਖੜਦੇ ਸਨ। ਅੱਜ ਦੇਖੋ ਹਿੰਦੂ ਸਾਹਮਣੇ ਮਾਰਨ ਆਏ ਨੇ ਤੇ ਬੁੱਧੂ ਸ਼ਾਹ ਦੇ ਮੁਸਲਮਾਨ ਮੁਰੀਦ ਗੁਰੂ ਸਾਹਿਬ ਦੀ ਮਦਦ ਤੇ ਖੜੇ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਇਹ ਪਹਿਲਾ ਜੰਗ ਹੈ। ਗੁਰੂ ਸਾਹਿਬ ਦੇ ਨਾਲ ਪੀਰ ਬੁੱਧੂ ਸ਼ਾਹ ਮੁਸਲਮਾਨ ਹੋ ਕੇ 700 ਮੁਰੀਦਾਂ ਸਮੇਤ ਖੜਾ ਹੈ। ਰਾਜਾ ਗੋਪਾਲ ਚੰਦ ਜਿਹਦੇ ਧਰਮ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਵਾਰਿਆ, ਉਹ ਉਹਨਾਂ ਨੂੰ ਮਾਰਨ ਵਾਸਤੇ ਆਇਆ ਹੈ। ਰਿਸ ਕਰ ਗੋਪਾਲ ਉੱਚੇ ਕਹੰਤ। ਗੁੱਸਾ ਖਾ ਕੇ ਗੋਪਾਲ ਚੰਦ ਭਬਕਿਆ, ਸ਼ੇਰ ਦੀ ਤਰ੍ਹਾਂ ਉੱਚਾ ਗਰਜ ਕੇ ਬੋਲਿਆ। ਕਿਨੂੰ ਭਾਜ ਪਾਏ ਚਾਲੇ ਡਰੰਤ। ਆਪਣੇ ਪਹਾੜੀਆਂ ਨੂੰ ਕਹਿੰਦਾ, ਓਏ ਕਿੱਥੇ ਭੱਜ ਕੇ ਚੱਲੇ ਹੋ, ਕਿੱਥੇ ਜਾ ਕੇ ਮੂੰਹ ਦਿਖਾਓਗੇ? ਅਬ ਹਟੋ ਵੀਰ ਮੈਂ ਹੋ ਸਹਾਏ। ਮੈਂ ਤੁਹਾਡੀ ਮਦਦ ਤੇ ਖੜਾ, ਸੂਰਮਿਓ ਖੜ ਜਾਓ ਜਾਂ ਮੁਰੀਦਾਂ ਦੇ ਸਾਹਮਣੇ ਲੜੋ ਡਟ ਕੇ। ਜੋ ਅਰੇ ਅਗਰ ਤਨ ਦੇਹੇ ਘਾਏ। ਆ ਜਿਹੜੇ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਨੇ, ਪਿੰਡਾਂ ਦੀ ਵਾਰ ਹੈ, ਆਪਾਂ ਇਹਨਾਂ ਨੂੰ ਮਾਰ ਲਈਏ। ਬਚ ਸੁਨੇ ਨਿਰਪਤ ਕੇ ਹਟੇ ਵੀਰ। ਗੋਪਾਲ ਚੰਦ ਗੁਲੇਰੀਏ ਦਾ ਲਲਕਾਰਾ ਸੁਣ ਕੇ ਪਹਾੜੀਏ ਰੁਕ ਗਏ। ਸੋਰਤ ਫੰਗ ਗੁਲਕਾਨ ਤੀਰ। ਤੇ ਉਹ ਪੀਰ ਬੁੱਧੂ ਸ਼ਾਹ ਦੀਆਂ ਫੌਜਾਂ ਤੇ ਗੋਲੀਆਂ ਵਰਹਾਣ ਲੱਗੇ, ਤੀਰ ਚਲਾਉਣ ਲੱਗੇ। ਬੜ ਹੇਲ ਕੀਨ ਪਰ ਧੂਮ ਧਾਮ। ਬੜਾ ਭਾਰੀ ਹੱਲੇ ਤੇ ਹੱਲਾ ਕਰਦੇ ਨੇ। ਢੋਲਨ ਵਜਾਏ ਡੰਕ ਦਮਾਮ। ਢੋਲ ਵਜਾ ਕੇ, ਨਗਾਰੇ ਵਜਾ ਕੇ ਆ ਪਏ ਨੇ। ਦਿਲ ਬਰੇ ਪਰਸ ਪਰ ਘਾਵ ਡਾਲ। ਆਪਸ ਵਿੱਚ ਮਿਲਦੇ ਗੁੱਥਮ ਗੁੱਥਾ ਇੱਕ ਦੂਜੀ ਨੂੰ ਜ਼ਖਮ ਲਾਉਂਦੇ ਨੇ, ਸੱਟਾਂ ਮਾਰਦੇ ਨੇ। ਫਿਰ ਬਰੇ ਵੀਰ ਹੋਇਆ ਕਹਿ ਕਰਾਲ। ਬੜੇ ਬੜੇ ਸੂਰਮੇ ਜ਼ਖਮ ਖਾ ਕੇ ਧਰਤੀ ਤੇ ਡਿੱਗੇ ਨੇ। ਗਣ ਜੋਰ ਸਹਿਓ ਨਹਿ ਭੇ ਬਲਾਏ। ਕਹਿੰਦੇ ਬੜਾ ਜ਼ੋਰਦਾਰ ਜੰਗ ਮਚਿਆ। ਪਹਾੜੀ ਰਾਜੇ ਵੀ ਪੈਰ ਅੜਾ ਕੇ ਖੜ ਗਏ ਨੇ, ਇਰਾਦਾ ਕਰਕੇ ਵੀ ਜਿੱਤਣਾ ਹੈ। ਤੇ ਇਧਰੋਂ ਪੀਰ ਬੁੱਧੂ ਸ਼ਾਹ ਦੇ ਮੁਰੀਦ ਵੀ ਗੁਰੂ ਕਲਗੀਧਰ ਦੀ ਕਿਰਪਾ ਨਾਲ ਪੂਰਾ ਵਾਹ ਲਾ ਰਹੇ ਨੇ। ਇੱਕ ਪੀਰ ਪੁੱਤਰ ਰਿਸ ਉਰ ਬਤਾਏ। ਜਦੋਂ ਪਹਾੜੀਆਂ ਨੇ ਜ਼ੋਰ ਪਾਇਆ ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰ ਗੁੱਸੇ 'ਚ ਆਏ। ਸ਼ਮਸ਼ੇਰ ਕਾੜ ਸ਼ਮਸ਼ੇਰ ਹੋਏ। ਕਹਿੰਦੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੇ ਮਿਆਨ ਚੋਂ ਤੇਗਾ ਧੂ ਲਈਆਂ ਤੇ ਸ਼ੇਰਾਂ ਤਰ੍ਹਾਂ ਦੁਸ਼ਮਣ ਦੇ ਸਾਹਮਣੇ ਜਾ ਗਜੇ। ਸ਼ਤਰੂਨ ਮਾਰਨ ਮੈਂ ਖੜੋਏ। ਸ਼ਤਰੂਆਂ ਨੂੰ, ਬੈਰੀਆਂ ਨੂੰ ਮਾਰ ਸੁੱਟਦੇ ਨੇ, ਪਰੋੜੋਂ ਸੁੱਟਦੇ ਨੇ ਤੇਗਾਂ ਦੇ ਨਾਲ। ਜਹ ਨਿਰਪ ਗੋਪਾਲ ਤਹ ਤੀਰ ਜਾਏ। ਜਿੱਥੇ ਰਾਜਾ ਗੋਪਾਲ ਚੰਦ ਲੜ ਰਿਹਾ ਸੀ ਉਹਦੇ ਕੋਲ ਜਾ ਪਹੁੰਚੇ ਨੇ ਪੀਰ ਬੁੱਧੂ ਸ਼ਾਹ ਦੇ ਪੁੱਤਰ। ਕਹੋ ਉਛਰ ਉਛਰ ਕਰੀ ਅੰਤ ਘਾਏ। ਬੜੇ ਉਛਲ ਕੇ ਤੇਗਾਂ ਦੇ ਵਾਰ ਕਰਦੇ ਨੇ ਸੂਰਮੇ। ਇਤ ਉਸ ਹੈਰੰਤ ਕਹਿ ਖੜਗ ਢਾਲ। ਢਾਲਾਂ ਤਲਵਾਰਾਂ ਹੱਥ 'ਚ ਫੜੀਆਂ, ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਦੌੜੇ ਫਿਰਦੇ ਨੇ। ਕਰ ਬਟੇ ਬਾਜ ਵਿਦਿਆ ਵਿਸਾਰ। ਫਤਿਹਬਾਜ਼ੀ ਦੀ, ਪੈਂਦਲੇ ਦੀ ਵਿਦਿਆ ਜਾਣਦੇ ਨੇ, ਕਿਉਂਕਿ ਗੱਤਕੇ ਦੇ ਵਿੱਚ ਸ਼ਸਤਰ ਵਿਦਿਆ ਵਿੱਚ ਪੈਂਦਲਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਜਿਹਨੂੰ ਪੈਂਦਲਾ ਨਹੀਂ ਆਉਂਦਾ ਉਹ ਚੰਗਾ ਖਿਡਾਰੀ ਨਹੀਂ ਬਣ ਸਕਦਾ। ਸੋ ਬੜੇ ਸੂਰਮੇ ਯੋਧੇ ਪੈਂਦਲੇ ਦੇ ਨਾਲ ਛਾਲਾਂ ਮਾਰਦੇ ਹਨ। ਉੱਠੇ ਸ਼ਹਿਰ ਛਲੰਗੀ ਛਾਲਾਂ ਪਾਈਆਂ। 10ਵੇਂ ਪਾਤਸ਼ਾਹ ਮਹਾਰਾਜ ਸਰਖੰਡੀ ਛੰਦ 'ਚ ਲਿਖਦੇ ਨੇ, ਉੱਠੇ ਸ਼ਹਿਰ ਛਲੰਗੀ ਛਾਲਾਂ ਪਾਈਆਂ, ਛਾਲਾਂ ਮਾਰ ਮਾਰ ਕੇ ਪੈਂਦੇ ਨੇ। ਦੇਖੋ ਮਾਰ ਬਚਾਵਤ ਮਾਰ ਤਾਂਹੇ। ਕਹਿੰਦੇ ਵੈਰੀ ਬਚਾਉਂਦਾ ਹੈ ਤੇ ਇਹ ਉਹਨੂੰ ਮਾਰਦੇ ਨੇ। ਸਾਧ ਸੰਗਤ ਜੀ, ਯੁੱਧ ਕੀ ਬਾਤ ਗੁਰੂ ਸਾਹਿਬ ਦੇ 10ਵੇਂ ਪਾਤਸ਼ਾਹ ਨੇ ਲਿਖਿਆ, ਜੰਗ ਦਾ ਨਾਂ ਹੀ ਬੁਰਾ,
ਸੌਖਾ ਨਹੀਂ ਹੁੰਦਾ। ਗੱਲਾਂ ਕਰਨੀਆਂ ਬੜੀਆਂ ਢੇਰ ਸਫਲੀਆਂ, ਪਰ ਜਦੋਂ ਜੰਗ ਦੇ ਮੈਦਾਨ 'ਚ ਉੱਥੇ ਗੋਲੇ ਚੱਲਦੇ ਨੇ, ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ, ਤੇਗਾਂ ਚੱਲਦੀਆਂ, ਕੋਈ ਸੂਰਮਾ ਮਿਲਦਾ ਹੀ ਠਹਿਰਦਾ ਹੈ। ਬਹੁ ਗਿਰੀ ਲੋਥ ਰਣ ਖੇਤ ਮਾਹੇ। ਕਹਿੰਦੇ ਮੈਦਾਨੇ ਜੰਗ ਵਿੱਚ ਲਾਸ਼ਾਂ ਖਿਲਣੀਆਂ ਸ਼ੁਰੂ ਹੋ ਗਈਆਂ ਨੇ, ਥਾਂ ਦੇ ਲਾਸ਼ਾਂ ਵਿਛੀਆਂ ਪਈਆਂ ਨੇ। ਫਿਰ ਨਰ ਅਚੰਭ ਕੋ ਧਰ ਧਾਰ। ਪਹਾੜੀ ਰਾਜੇ ਹੈਰਾਨ ਹੋ ਰਹੇ ਨੇ, ਉਹਨਾਂ ਦੇ ਸਿਪਾਹੀ ਬੜੇ ਆਪਣੇ ਆਪ ਨੂੰ ਚੰਗੇ ਯੋਧੇ ਲੜਾਕੇ ਮੰਨਦੇ ਸੀ, ਉਹ ਹੈਰਾਨ ਇਸ ਗੱਲ ਤੋਂ ਨੇ। ਉਮੜ ਉਮੜ ਘੇਰੋ ਸੋਡਾ। ਕਹਿੰਦੇ ਵੀ ਗੁਰੂ ਦੇ ਨਾਲ ਤਾਂ ਸੁਣਿਆ ਸੀ ਬੰਦੇ ਹੀ ਕੋਈ ਨਹੀਂ, ਇਹ ਕਿੱਥੋਂ ਆ ਗਏ, ਤੇ ਇਹ ਲੜਾਕੇ ਵੀ ਬੜੇ ਨੇ। ਉਹ ਉਮੜ ਉਮੜ ਕੇ ਘੇਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ। ਨਹਿ ਦੋ ਵਾਰ ਕਿਸ ਤੇ ਸੋ ਖਾਏ। ਪਰ ਪੀਰ ਬੁੱਧੂ ਸ਼ਾਹ ਦੇ ਚਾਰੇ ਜਵਾਨ ਪੁੱਤਰ ਉਹ ਕਿਸੇ ਦਾ ਵਾਰ ਖਾਂਦੇ, ਉਹ ਦੁਸ਼ਮਣ ਦੇ ਵਾਰ ਤੋਂ ਇੰਝ ਨਿਕਲ ਜਾਂਦੇ ਜਿਵੇਂ ਮੱਖਣ ਚੋਂ ਵਾਲ ਨਿਕਲ ਜਾਂਦਾ। ਤਨ ਕੋ ਬਚਾਏ ਜੇ ਭਕਾਏ ਕਾਏ। ਆਪਣਾ ਸਰੀਰ ਬਚਾ ਕੇ ਦੁਸ਼ਮਣ ਦਾ ਵਾਰ ਢਾਲ ਤੇ ਰੋਕ ਕੇ ਵਾਰ ਮਾਰਦੇ ਨੇ। ਬਹੁਤ ਦਿਸ਼ਨ ਕੇਰ ਭਟ ਹੇਰ ਹੈ। ਬਹੁਤ ਸਾਰੇ ਪਾਸਿਆਂ ਤੋਂ ਯੋਧੇ ਉਹਨਾਂ ਦਾ ਜੰਗ ਵੇਖ ਵੇਖ ਕੇ ਕਹੇ ਸਾਧ ਸਾਧ ਪੁਨ ਘੇਰ ਘੇਰ। ਸ਼ਾਬਾਸ਼ ਸ਼ਾਬਾਸ਼ ਵੇਖ ਕਹਿੰਦੇ ਜਿਹੜੇ ਸੂਰਮੇ ਹਨ। ਬਹੁ ਮਚਿਓ ਰੋਰ ਗੁਰ ਸੁਨਤ ਕਾਨ। ਕਹਿੰਦੇ ਗੁਰੂ ਕਲਗੀਧਰ ਦੀ ਉਹ ਰੌਲਾ ਵੇਖ ਲੈ ਨੇ, ਉੱਪਰ ਖੜੀ ਹੋਈ ਗੜੀ ਦੇ ਉੱਤੇ ਜਿਹੜੀ ਉਹ ਤੀਰ ਗੜੀ ਹੈ, ਗੜੀ ਦਾ ਨਹੀਂ ਸੀ ਪਰ ਉਹ ਚਿਕ ਟਿੱਬੀ ਸੀ, ਖਾਲਸੇ ਦਾ ਨਾਮ ਤੀਰ ਗੜੀ ਰੱਖਿਆ ਕਿਉਂਕਿ ਮਹਾਰਾਜ ਉੱਥੋਂ ਤੀਰ ਚਲਾਉਂਦੇ ਸਨ। ਸੋ ਉੱਚੀ ਟਿੱਬੀ ਤੇ ਖੜੇ 10ਵੇਂ ਪਾਤਸ਼ਾਹ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦਾ ਜਗ ਵੇਖ ਰਹੇ ਨੇ। ਦੂਜੇ ਲੋਕ ਕਿਨੇ ਜੰਗ ਠਾਨ। ਤੇ ਆਪਣੇ ਕੋਲ ਖੜੇ ਸਿੱਖਾਂ ਨੂੰ ਪੁੱਛਦੇ ਨੇ ਵੀ ਉਹ ਕੌਣ ਜੰਗ ਕਰ ਰਿਹਾ ਹੈ। ਇੱਕ ਸੁਬਟ ਭਨਿਓ ਚੋਂ ਪੁੱਤਰ ਪੀਰ। ਇੱਕ ਯੋਧੇ ਨੇ ਦੱਸਿਆ ਮਹਾਰਾਜ ਪੀਰ ਦੇ ਚਾਰੇ ਪੁੱਤਰ ਲੜ ਰਹੇ ਨੇ। ਰੇ ਬਹਨੇ ਅਨਕ ਵਿੱਚ ਥੇਰੇ ਧੀਰ। ਦੁਸ਼ਮਣ ਦੀ ਫੌਜ ਦੇ ਵਿੱਚ ਜਾ ਕੇ ਲੜ ਰਹੇ ਨੇ ਚਾਰੇ ਪੁੱਤਰ। ਤਿਨ ਪਰ ਗਲੇਰੀਆ ਧਾਏ ਜਾਏ। ਉਧਰੋਂ ਗਲੇਰੀਆ ਗੋਪਾਲ ਚੰਦ ਉਹਨਾਂ ਨਾਲ ਲੜਨ ਆਇਆ ਹੋਇਆ। ਗੋਪਾਲ ਚੰਦ ਦੀ ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੀ ਟੱਕਰ ਹੋ ਰਹੀ ਹੈ। ਇਹ ਘੇਰ ਵਿੱਚ ਸਮੁਦਾਇ ਆਏ। ਉੱਥੇ ਬੜਾ ਭਾਰੀ ਘੇਰਾ ਪਾ ਲਿਆ ਉਹਨਾਂ ਨੇ। ਪੀਰ ਬੁੱਧੂ ਸ਼ਾਹ ਦੇ ਪੁੱਤਰ ਘੇਰੇ ਜਾ ਰਹੇ ਨੇ, ਪਹਾੜੀਆਂ ਦੀ ਫੌਜ ਜ਼ਿਆਦਾ ਹੈ ਗੁਰੂ ਜੀ। ਤਿਨ ਕੀ ਸਹਾਇ ਭੇਜੋ ਵਿਸਾਰ। ਮਹਾਰਾਜ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ, ਆਪਣਾ ਫਰਜ਼ ਬਣਦਾ ਆਪਾਂ ਉਹਨਾਂ ਦੀ ਸਹਾਇਤਾ ਕਰੀਏ। ਇੱਕ ਖੁਦੋ ਕਰੋ ਮਾਤੁਲ ਕਿਰਪਾਲ। ਮਹਾਰਾਜ 10ਵੇਂ ਪਾਤਸ਼ਾਹ ਸੁਣ ਕੇ ਆਪਣੇ ਮਾਮਾ ਕਿਰਪਾਲ ਚੰਦ ਜੀ ਵੱਲ ਵੇਖਿਆ। ਸੁਨ ਭੀੜ ਪਰੀ ਮਨ ਛੋਭ ਧਾਰ। ਮਹਾਰਾਜ ਕਹਿੰਦੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੇ ਭੀੜ ਪੈ ਗਈ ਹੈ, ਮਾਮਾ ਜੀ ਆਪਾਂ ਨੂੰ ਪਹੁੰਚਣਾ ਚਾਹੀਦਾ ਹੈ ਉੱਥੇ। ਹੈ ਕੋ ਖੁਦਾਏ ਚਾਲਿਓ ਉਦਾਰ। ਮਹਾਰਾਜ ਦਾ ਇਸ਼ਾਰਾ ਪਾਉਂਦਿਆਂ ਸਾਰ ਮਾਮਾ ਕਿਰਪਾਲ ਚੰਦ ਜੀ ਘੋੜਾ ਦੜਾ ਕੇ ਉਧਰ ਜਾ ਪਹੁੰਚੇ ਨੇ। ਪਰ ਮੈਂ ਕੁਦੰਡ ਆਜਿਓ ਅਠਾਉਰ। ਮਾਮਾ ਕਿਰਪਾਲ ਚੰਦ ਜੀ ਬੜਾ ਭਾਰੀ ਧਨੁਸ਼ ਹੱਥ ਵਿੱਚ ਕੰਨਾਂ ਦਾ ਖਿੱਚ ਖਿੱਚ ਤੀਰ ਮਾਰਦੇ ਨੇ। ਭੀਖਨ ਖਤੰਗ ਗੁਣ ਬੀਚ ਜੋ। ਭਿਆਨਕ ਤੀਰ ਮਾਮੇ ਕਿਰਪਾਲ ਚੰਦ ਦੇ, ਕਿਉਂਕਿ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਦਾ ਭਰਾ 6ਵੇਂ ਪਾਤਸ਼ਾਹ ਦੀ ਫੌਜ ਦਾ ਸਿਪਾਹੀ ਰਿਹਾ। ਫਿਰ 7ਵੇਂ 8ਵੇਂ ਪਾਤਸ਼ਾਹ ਦੀ ਸੇਵਾ ਕੀਤੀ, 9ਵੇਂ ਪਾਤਸ਼ਾਹ ਦੀ ਸੇਵਾ ਕੀਤੀ, 10ਵੇਂ ਪਾਤਸ਼ਾਹ, 5 ਪਾਤਸ਼ਾਹਾਂ ਦੇ ਦਰਸ਼ਨ ਕੀਤੇ ਹੋਏ। ਬੜਾ ਸੂਰਮਾ ਸੀ। ਮਹਾਰਾਜ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਕਈ ਸਾਲ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰਹਿੰਦਾ ਮਾਤਾ ਜੀ ਕੋਲ ਸੀ, ਮਾਤਾ ਸੁੰਦਰੀ ਜੀ ਕੋਲ ਦਿੱਲੀ, ਤੇ ਅੰਮ੍ਰਿਤਸਰ ਭਾਈ ਮਨੀ ਸਿੰਘ ਨਾਲ ਬਹਿ ਕੇ ਪੰਥਕ ਮਸਲੇ ਹੱਲ ਕਰਿਆ ਕਰਦਾ। ਇਹ ਸਾਡੇ ਕੋਲ ਇਤਿਹਾਸਕ ਸਰੂਪ ਨੇ। ਮਾਮਾ ਕਿਰਪਾਲ ਚੰਦ 100 ਸਾਲ ਤੋਂ ਵੱਧ ਉਮਰ ਪਾਈ ਹੈ, ਬੜੇ ਸਿਆਣੇ। ਜੰਗ ਦੇ ਮੈਦਾਨ ਵਿੱਚ ਭਗਾਣੀ ਦੇ ਜੰਗ ਦੇ ਤੀਰਾਂ ਦੀ ਵਰਖਾ ਕਰਨ ਲੱਗੇ ਨੇ। ਪਹੁੰਚਿਓ ਤੁਰੰਤ ਕਹਿ ਮਾਰ ਮਾਰ। ਮਾਰੋ ਮਾਰ ਕਰਦਾ ਮਾਮਾ ਕਿਰਪਾਲ ਚੰਦ ਭਗਾਣੀ ਦੇ ਮੈਦਾਨ ਵਿੱਚ ਉਤਰਿਆ ਹੈ। ਲਲਕਾਰ ਸਭਨ ਹੇਲਾ ਸੋਡਾ। ਆਪਣੀ ਫੌਜ ਨੂੰ ਲਲਕਾਰਾ ਮਾਰ ਕੇ ਹੌਸਲਾ ਦੇ ਕੇ ਲੜਾ ਰਿਹਾ ਹੈ। ਜੇ ਹੁਦੇ ਤੁਰਕ ਲਹਿ ਕਰ ਸਹਾਏ। ਜਿਹੜੇ ਪੀਰ ਦੇ ਮੁਰੀਦ ਸਨ ਉਹਨਾਂ ਦੀ ਮਦਦ ਕਰਨ ਦੇ ਮਾਮਾ ਕਿਰਪਾਲ ਚੰਦ ਆ ਗਿਆ। ਸਭ ਪਰੇ ਦੌਰ ਕਰ ਅਨੇਕ ਕਾਏ। ਸਾਰੇ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਮੁਰੀਦ ਮਾਮੇ ਕਿਰਪਾਲ ਚੰਦ ਦੇ ਆਉਣ ਨਾਲ ਹੌਸਲੇ ਵੱਧ ਗਏ ਤੇ ਇੱਕ ਵਾਰੀ ਟੁੱਟ ਕੇ ਦੁਸ਼ਮਣ ਦੇ ਪੈ ਗਏ। ਤੜ ਭੜ ਤੁਫੰਗ ਇੱਕ ਵਾਰ ਚਾਲ। ਇੱਕ ਵਾਰ ਗੋਲੀਆਂ ਦੀ ਸ਼ਰਕ ਫੇਰ ਹੋਈ, ਜਿਵੇਂ ਤੜਫੜ ਕਰਦੇ ਪੱਠੀ ਆ ਰਹੀ ਤੇ ਪੱਠੀ ਦੇ ਦਾਣੇ ਭੁੱਜਦੇ ਨੇ, ਗੋਲੀਆਂ ਇਉਂ ਕਰਨ ਲੱਗੀਆਂ। ਜੁਟ ਗਏ ਕਿਰਪਾਨਨ ਓਟ ਢਾਹ। ਧਾਨਾਂ ਤਲਵਾਰਾਂ ਦੇ ਨਾਲ ਸੂਰਮੇ ਜੁਟ ਗਏ ਆਪਸ ਵਿੱਚ। ਪੁੱਤਰ ਪੀਰ ਕੇ ਦੋਏ ਘੇਰ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਘੇਰੇ ਵਿੱਚ ਆ ਗਏ ਪਹਾੜੀਆਂ ਦੇ। ਕਨ ਰਿਪ ਸੰਭਾਰ ਕਰ ਫੇਰ ਫੇਰ। ਪਰ ਉਹ ਇੰਨੇ ਲੜਾਕੇ ਸਨ ਕਿ ਦੁਸ਼ਮਣ ਦਾ ਵਾਰ ਸਰੀਰ ਤੱਕ ਪਹੁੰਚਣ ਨਹੀਂ ਸੀ ਦਿੰਦੇ। ਛਾਲ ਮਾਰ ਕੇ ਹੋ ਜਾਂਦੇ, ਬੜੇ ਫੁਰਤੀਲੇ
ਦੁਸ਼ਮਣ ਨੂੰ ਘੇਰ ਮਾਰਦੇ ਸਨ। ਪਹੁੰਚਿਓ ਕਿਰਪਾਲ ਬਾਨਨ ਪ੍ਰਹਾਰ। ਮਾਮਾ ਕਿਰਪਾਲ ਚੰਦ ਉਹਨਾਂ ਦੋਹਾਂ ਭਰਾਵਾਂ ਦੀ ਮਦਦ ਲਈ ਘੇਰੇ ਦੇ ਵਿੱਚ ਖੁਦ ਪਹੁੰਚ ਗਿਆ, ਤੀਰਾਂ ਦੀ ਵਰਖਾ ਕਰਨ ਲੱਗਾ। ਘੇਰੋ ਚੁਰਾਏ ਬਾਹਰ ਨਿਕਾਲ। ਤੇ ਉਹ ਜਿਹੜਾ ਘੇਰਾ ਪਿਆ ਹੋਇਆ ਸੀ ਮਾਮੇ ਕਿਰਪਾਲ ਚੰਦ ਨੇ ਤੀਰਾਂ ਨਾਲ ਤੋੜ ਦਿੱਤਾ ਤੇ ਉਹਨਾਂ ਦੋਹਾਂ ਭਾਈਆਂ ਨੂੰ ਘੇਰੇ ਚੋਂ ਬਾਹਰ ਕੱਢ ਲਿਆਂਦਾ। ਉਹ ਰਸੇ ਪੀਰ ਕੇ ਪੁੱਤਰ ਫੇਰ। ਕਹਿੰਦੇ ਉਹ ਪੀਰ ਦੇ ਪੁੱਤਰ ਪਿੱਛੇ ਨਹੀਂ ਹਟੇ ਜੰਗ ਤੋਂ, ਫਿਰ ਗੁੱਸਾ ਖਾ ਕੇ ਦੁਸ਼ਮਣ ਤੇ ਜਾ ਪਏ। ਵਾਹੇ ਕਿਰਪਾਨ ਹੋਏ ਫੇਰ ਨੇਰ। ਉਹਨਾਂ ਨੇ ਬੜੀਆਂ ਤੇਗਾਂ ਮਾਰੀਆਂ, ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਆਉਲਾ ਸੁੱਟੇ ਹਨ। ਰਿਸ ਕਰ ਗੋਪਾਲ ਨੇ ਬਾਣ ਛੋਰ। ਗੁੱਸਾ ਖਾ ਕੇ ਗੋਪਾਲ ਚੰਦ ਗੁਲੇਰੀਏ ਨੇ ਤੀਰ ਮਾਰਿਆ। ਔਰ ਦਾਤ ਕਾਲ ਹੀ ਦੀਨ ਫੋਰ। ਪੀਰ ਬੁੱਧੂ ਸ਼ਾਹ ਦੇ ਪੁੱਤਰ ਦੇ ਕਾਲਜੇ 'ਚ ਵੱਜਾ, ਦਿਲ ਦੇ ਵਿੱਚ ਵੱਜਾ ਤੀਰ, ਸਾਰ ਪਾਰ ਲੰਘ ਗਿਆ। ਪੀਰ ਜੀ ਦਾ ਪੁੱਤਰ ਜੰਗ 'ਚ ਸ਼ਹੀਦੀ ਪਾ ਗਿਆ। ਜਬ ਕਰਿਓ ਵੀਰ ਰਨ ਖੇਤ ਮਾਹੇ। ਜਦੋਂ ਇੱਕ ਭਰਾ ਮਰਦਾ ਵੇਖਿਆ ਆਪਣਾ, ਦੋਹੇ ਦਸ਼ਨ ਸੁਭਾਟ ਲਖ ਲੋਥ ਤਾਹੇ। ਤੇ ਉਹਦੀ ਲਾਸ਼ ਚੁੱਕਣ ਵਾਸਤੇ ਦੋਹਾਂ ਪਾਸਿਆਂ ਦੇ ਯੋਧੇ ਬਦਲੇ। ਜਿਹੜੇ ਪਹਾੜੀਏ ਸਾਨੂੰ ਕਹਿੰਦੇ ਵੀ ਲਾਸ਼ ਦੇਣੀ ਨਹੀਂ ਅਸੀਂ, ਤੇ ਮੁਰੀਦ ਕਹਿੰਦੇ ਵੀ ਅਸੀਂ ਆਪਣੇ ਯੋਧੇ ਦੀ ਲਾਸ਼ ਚੁੱਕਣੀ ਹੈ। ਪੀਰ ਬੁੱਧੂ ਸ਼ਾਹ ਦੇ ਦੂਜੇ ਪੁੱਤਰ ਦੇ ਨਾਲ ਮੁਰੀਦ ਉਸ ਸ਼ਹੀਦ ਹੋ ਚੁੱਕੇ ਪੀਰ ਦੇ ਪੁੱਤਰ ਨੂੰ ਚੁੱਕਣ ਲਈ ਉਮੜੇ ਹਨ। ਉਮੜੇ ਅਨੇਕ ਹਿਤ ਲੈਣ ਆਪ। ਆਪਣੇ ਆਪਣੇ ਵੱਲ ਲਾਸ਼ ਲੈਣ ਵਾਸਤੇ ਉਮੜੇ ਹਨ। ਕਰ ਧਰੇ ਤੀਰ ਤੋਂ ਮਰ ਕਲਾਬ। ਬੱਚੇ ਤਲਵਾਰਾਂ ਤੀਰਾਂ ਦਾ ਘਮਸਾਨ ਦਾ ਯੁੱਧ ਮਚ ਗਿਆ ਹੈ। ਜੁਟ ਗਏ ਬਹੁਰ ਕਾਢੇ ਕਿਰਪਾਨ। ਸੂਰਮੇ ਆਪਸ ਜੁਟ ਗਏ ਨੇ, ਤੇਗਾਂ ਧੂ ਲਈਆਂ ਨੇ ਮਿਆਨ ਵਿੱਚੋਂ। ਕਾਟ ਕਾਟ ਜਿਮ ਗਨ ਤਿਖਾਨ। ਜਿਵੇਂ ਤਰਖਾਨ ਆਰੀ ਦੇ ਨਾਲ ਕੱਟ ਕੇ ਮੋਛੇ ਪਾਈ ਜਾਂਦਾ, ਸੂਰਮੇ ਤੇਗਾਂ ਨਾਲ ਮੋਛੇ ਪਾਈ ਜਾਂਦੇ ਆ। ਫਿਰ ਗਏ ਲੋਕ ਪੋਥਨ ਵਿਸਾਲ। ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਨੇ, ਥਾਂ ਤੇ ਲਾਸ਼ਾਂ ਖਿਲਰ ਗਈਆਂ ਮੈਦਾਨੇ ਜੰਗ ਵਿੱਚ। ਨਹ ਤਜੀ ਥਾਏ ਭੀ ਅਤ ਕਰਾਰ। ਦੋਵਾਂ ਪਾਸਿਆਂ ਦੇ ਸੂਰਮੇ ਪੈਰ ਅੜਾ ਕੇ ਲੜੇ ਨੇ, ਪਿੱਛੇ ਨਹੀਂ ਹਟੇ। ਨਾ ਦੁਲ ਕਿਰਪਾਲ ਤਜਤਾ ਜਿਕਤਾਂ। ਮਾਮਾ ਕਿਰਪਾਲ ਲਗਾਤਾਰ ਤੀਰਾਂ ਦਾ ਮੀਂਹ ਦੁਸ਼ਮਣ ਤੇ ਵਰਾਈ ਜਾਂਦਾ। ਹਿਤ ਗੋਪਾਲ ਤਹਿ ਅੰਗ ਭੰਗ। ਜਿੱਥੇ ਗੋਪਾਲ ਚੰਦ ਗੁਲੇਰੀਆ ਤੀਰ ਚਲਾ ਰਿਹਾ, ਉਹਦੇ ਸਾਹਮਣੇ ਮਾਮਾ ਕਿਰਪਾਲ ਚੰਦ ਚਲਾ ਰਿਹਾ। ਗਨ ਗੇਰ ਗੇਰ ਦੀਨੇ ਉਥਲ। ਮਾਮੇ ਕਿਰਪਾਲ ਚੰਦ ਨੇ ਪਹਾੜੀਆਂ ਦੇ ਚੰਗੇ ਯੋਧੇ ਤੀਰਾਂ ਨਾਲ ਉਥਲ ਕੇ ਸੁੱਟੇ ਨੇ। ਉਸ ਤਕਾਏ ਭਈ ਹਲ ਚੱਲ। ਇਧਰ ਉਧਰ ਦੋਵਾਂ ਪਾਸਿਆਂ ਤੋਂ ਹਲਚਲ ਮਚ ਗਈ, ਬੜੇ ਸੂਰਮੇ ਮਰਨ ਲੱਗੇ ਨੇ। ਫਿਰਨ ਦੇ ਇੱਕ ਥਲ ਸੁਭਾਟ। ਕਹਿੰਦੇ ਸੂਰਮਿਆਂ ਨੂੰ ਇੱਕ ਥਾਂ ਤੇ ਖੜਨਾ ਨਹੀਂ ਮਿਲਦਾ। ਹੈ ਬਹੁਤ ਲਾਇਕੇ ਤੇ ਦਬਟ। ਘੋੜੇ ਦੌੜ ਕੇ ਜੰਗ ਲੜਦੇ ਨੇ, ਇੱਕ ਦੂਜੇ ਨੂੰ ਦਬਕਾ ਮਾਰ ਕੇ ਡਰਾ ਦਿੰਦੇ ਨੇ। ਉਹਦੇ ਸੂਰਮੇ ਨੇ ਤੁਰਕ ਸਕਲ ਨੇ ਬਲ ਸੰਭਾਲ। ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ, ਤੁਰਕਾਂ ਨੇ ਬਲ ਸੰਭਾਲ ਕੇ ਕਾਨ ਬ੍ਰਿੰਦ ਸਾਹਿਬ ਪ੍ਰਹਾਰ। ਬੜੇ ਤਿੱਖੇ ਤੀਰਾਂ ਦੇ ਗੋਲੀਆਂ ਦਾ ਮੀਂਹ ਪਹਾੜੀਆਂ ਤੇ ਵਰਾ ਦਿੱਤਾ। ਕਿਰਪਤ ਗੋਪਾਲ ਕੇ ਨਿਕਟ ਵੀਰ। ਤੇ ਗੋਪਾਲ ਚੰਦ ਦੇ ਕੋਲ ਜਿਹੜੇ ਯੋਧੇ ਸਨ ਪਹਾੜੀਏ ਗੁਲੇਰੀਏ ਦੇ, ਹਰ ਪਰੇ ਚਾਲ ਨੇ ਧਰਤ ਧੀ। ਉਹਨਾਂ ਦੇ ਪੈਰ ਹਿਲਾ ਦਿੱਤੇ। ਮੁਰੀਦਾਂ ਨੇ ਇਹੋ ਜਿਹਾ ਜ਼ੋਰ ਮਾਰਿਆ, ਪੀਰ ਬੁੱਧੂ ਸ਼ਾਹ ਦੀ ਫੌਜ ਦੇ 700 ਯੋਧਿਆਂ ਨੇ ਮਾਮੇ ਕਿਰਪਾਲ ਚੰਦ ਦੀ ਮਦਦ ਨਾਲ, ਕਿ ਉਹ ਜਿਹੜੇ ਆਏ ਸੀ ਨਾ ਗੁਲੇਰੀਏ ਦੇ ਬੜੇ ਚੰਗੇ ਯੋਧੇ, ਉਹਨਾਂ ਦੇ ਪੈਰ ਪਿੱਛੇ ਹਟਣ ਨੂੰ ਮਜਬੂਰ ਕਰ ਦਿੱਤੇ। ਬਚਾਏ ਉਤ ਪਲਾਏ। ਦੁਸ਼ਮਣ ਦੀ ਅੱਖ ਬਚਾ ਕੇ ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਦਰੜ ਓਟ ਹੋਏ ਨਿਜ ਬਚਾਏ। ਕਹਿੰਦੇ ਪਹਾੜੀਏ ਹੁਣ ਪਿੱਛਾ ਹੋ ਕੇ ਪੱਥਰਾਂ ਦੇ ਉਹਦੇ ਲੁਕਣ ਲੱਗ ਪਏ। ਉਹਨਾਂ ਨੂੰ ਏਦਾਂ ਲੱਗਾ ਵੀ ਜੇ ਅਸੀਂ ਸਾਹਮਣੇ ਜਾਵਾਂਗੇ ਤੇ ਮਾਰੇ ਜਾਵਾਂਗੇ। ਬੜੀ ਲੋਹ ਕੀ ਮਾਰ ਘੂਰ। ਇਹਦਾ ਲੋਹੇ ਤੇ ਲੋਹਾ ਖੜ ਗਿਆ, ਬੜੀ ਮਾਰ ਮਚੀ ਹੈ। ਲਾਜ ਤਿਆਗਣ ਖੇਤ ਸੂਰ। ਕਹਿੰਦੇ ਸੂਰਮੇ ਸ਼ਰਮ ਲਾ ਕੇ ਭੱਜੇ ਮੈਦਾਨ ਤੇ, ਜਿਹੜੇ ਆਪਣੇ ਬੜੇ ਸੂਰਮੇ ਘੁਆਉਂਦੇ ਸੀ ਨਾ, ਗੁਲੇਰ ਚੰਦ ਗੁਲੇਰੀਏ ਦੇ, ਗੋਪਾਲ ਚੰਦ ਦੇ ਸਿਪਾਹੀ, ਉਹ ਕਹਿੰਦੇ ਬੇਸ਼ਰਮਾਂ ਦੀ ਤਰ੍ਹਾਂ ਭੱਜ ਗਏ ਹਨ। ਕਿਰਪਾਲ ਕੇ ਖੜਕ ਤੰਗ। ਮਾਮੇ ਕਿਰਪਾਲ ਚੰਦ ਦੇ ਤਿੱਖੇ ਤੀਰ ਵੇਖ ਕੇ ਗੋਪਾਲ ਜਿਸ ਰੰਗ ਸੰਗ। ਗੁਰਪਾਲ ਚੰਦ ਨੇ ਬੜਾ ਗੁੱਸਾ ਖਾਦਾ ਹੈ। ਸਹਿ ਸਕਿਓ ਨ ਹੈ ਕੋ ਚਪਲ ਕੀਨ। ਸਹਿ ਨਹੀਂ ਸਕਿਆ ਗੋਪਾਲ ਚੰਦ ਆਪਣੇ ਜਵਾਨਾਂ ਦੀ ਮੌਤ ਹੁੰਦੀ ਵੇਖ ਕੇ, ਘੋੜਾ ਤਿੱਖਾ ਕੀਤਾ ਉਹਨੇ। ਹੋਏ ਅਗਰਬਾਨ ਕੋ ਤਿਆਗ ਦੀਨ। ਅੱਗੇ ਹੋ ਕੇ ਉਹਨੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ। ਹੁਤੋ ਸਮਾਤਲ ਔਰ ਆਏ। ਮਾਮਾ ਕਿਰਪਾਲ ਚੰਦ ਜਿੱਥੇ ਖੜਾ ਤੀਰਾਂ ਦੀ ਵਰਖਾ ਕਰ ਰਿਹਾ ਸੀ, ਗੋਪਾਲ ਚੰਦ ਉਧਰ ਆਇਆ ਹੈ। ਉਹ ਗਇਓ ਸੀਨ ਮਹਿ ਵੇਗ ਪਾਏ। ਉਹਨੇ ਕੱਸ ਕੇ ਤੀਰ ਕਿਰਪਾਲ ਚੰਦ ਨੂੰ ਮਾਰਿਆ।
ਤੇ ਕਿਰਪਾਲ ਚੰਦ ਮਾਮੇ ਦੇ ਘੋੜੇ ਦੀ ਕਾਠੀ ਤੀਰ ਖੋ ਗਿਆ। ਦਿਖ ਕੈ ਕਿਰਪਾਲ ਉੱਚਾ ਅਲਾਏ, ਮਾਮੇ ਕਿਰਪਾਲ ਚੰਦ ਨੇ ਦੁਸ਼ਮਣ ਦਾ ਤੀਰ ਆਪਣੇ ਘੋੜੇ ਦੀ ਕਾਠੀ ਨੂੰ ਵੱਜਾ ਵੇਖ ਕੇ ਗਰਜ ਕੇ ਆਖਿਆ, ਤੈ ਨਿਜ ਪ੍ਰਹਾਰ ਲੀਨੋ ਚਲਾਏ। ਗੋਪਾਲ ਚੰਦ ਤੂੰ ਆਪਣਾ ਵਾਰ ਕਰ ਲਿਆ ਹੈ, ਅਬ ਦੇਹੋ ਵਾਰ ਮੇਰੋ ਖਲੋਏ। ਹੁਣ ਮੇਰੀ ਵਾਰੀ ਆ, ਹੁਣ ਮੇਰਾ ਵਾਰ ਵੇਖ, ਤੀਰ ਮੈਂ ਚਲਾਉਣ ਲੱਗਾ, ਖਲੋ ਕੇ ਵੇਖੀ ਜਰਾ ਨਜ਼ਾਰਾ। ਮੈਂ ਆਨ ਥਾਲ ਨਿਜ ਜਾਨ ਜੋਏ, ਹਾਂ ਹੁਣ ਮੈਂ ਤੈਨੂੰ ਹੋਰ ਥਾਂ ਜਾਣ ਜੋਗਾ ਛੱਡਾਂਗਾ ਨਹੀਂ। ਸਹਜੇ ਹੋ ਵਾਰ ਲਹਿ ਬਚ ਹੈ ਪ੍ਰਾਨ, ਜੇ ਸੂਰਮੇ ਮਾਰਾ ਪੁੱਤ ਦੁੱਧ ਪੀਤਾ ਹੈ ਤੇ ਫਿਰ ਮੇਰਾ ਵਾਰ ਸਹਿ ਦੇ ਪ੍ਰਾਣ ਦੇ ਹੁਣ ਤੂੰ। ਕੈ ਦੋ ਸੁਹਾਨ ਹੋਇਆ ਹੈ ਟਿਕਾਨ, ਜਾਂ ਤੂੰ ਮਰੇਗਾ ਜਾਂ ਤੇਰਾ ਘੋੜਾ ਮਰੇਗਾ। ਇਹ ਸੁਨਤ ਸੈਦ ਪਤ ਹੈ ਚਲਾਏ। ਇਹ ਸੁਣ ਕੇ ਗੋਪਾਲ ਚੰਦ ਨੇ ਘੋੜਾ ਦੌੜਾ ਲਿਆ। ਕਰ ਜਬਲ ਅਦਕ ਜਿਮ ਹੋਇਆ ਬਚਾਏ, ਘੋੜੇ ਨੂੰ ਤੇਜ਼ ਦੌੜਾਇਆ ਵੀ ਮੇਰੀ ਜਾਨ ਬਚ ਜੇ, ਮੇਰਾ ਘੋੜਾ ਬਚ ਜੇ। ਤਬ ਛੋਟ ਕਿਰਪਾਲ ਤੇ ਬਾਣ ਚਾਲ, ਇਧਰੋਂ ਮਾਮੇ ਕਿਰਪਾਲ ਚੰਦ ਦਾ ਤੀਰ ਕਮਾਨ ਚੋਂ ਨਿਕਲਿਆ। ਘਨ ਸਮਾਨ ਪੰਨਕ ਵਿਸਾਲ, ਕਹਿੰਦੇ ਉੱਡਣੇ ਫੰਜਰ ਕਾਲੇ ਨਾਗ ਵਰਗਾ ਉਹ ਤੀਰ ਸੀਗਾ। ਚਰੰਤ ਤਰੰਗ ਕੇ ਕਰਨ ਮੂਲ, ਟੱਪਦੇ ਹੋਏ ਘੋੜੇ ਦੇ ਕੰਨ ਵਿੱਚ ਵੱਜਾ। ਤਬ ਭਇਓ ਪਾਰ ਕਰ ਭਰਿਓ ਝੂਲ। ਇਧਰੋਂ ਘੋੜੇ ਦੇ ਕੰਨ ਚੋਂ ਦੂਜੇ ਪਾਸੇ ਨਿਕਲ ਗਿਆ ਤੇ ਘੋੜਾ ਧਰਮ ਕਰਕੇ ਗੋਪਾਲ ਚੰਦ ਦਾ ਧਰਤੀ ਤੇ ਜਾ ਪਿਆ। ਅਜ ਕਰ ਤਰੰਗ ਪੀਛੇ ਸਿਧਾਏ, ਦਿਖਦੇ ਹੋਏ ਘੋੜੇ ਨੂੰ ਛੱਡ ਕੇ ਗੋਪਾਲ ਚੰਦ ਪਿਛਾ ਨੂੰ ਦੌੜ ਗਿਆ ਵੀ ਮੇਰੀ ਵਾਰੀ ਆ, ਹੁਣ ਮੈਨੂੰ ਮਾਰੇਗਾ। ਨਿਜ ਸੈਨ ਪ੍ਰਵੇਸ਼ਿਓ ਤਨ ਬਚਾਏ, ਆਪਣੀ ਫੌਜ ਵਿੱਚ ਜਾ ਲੁਕਿਆ ਗੁਲੇਰੀਆ ਮਾਮੇ ਕਿਰਪਾਲ ਚੰਦ ਤੋਂ ਡਰ ਕੇ। ਗੁਰ ਸਨੇ ਸਨੇ ਪਛਾਤ ਜਾਤ, ਤੇ ਫਿਰ ਉਹਦੇ ਪਿੱਛੇ ਪਿੱਛੇ ਸਿਪਾਹੀ ਪਿਛਾਂ ਹਟੀ ਗਏ। ਅੱਗੇ ਆਉਣ ਦੀ ਜੁੱਧ ਲੜੀ ਵੀ ਜਾਂਦੇ ਨੇ ਤੇ ਪਿਛਾਂ ਹਟਦੇ ਨੇ, ਫਿਰ ਅੱਗੇ ਆਉਣ ਦੀ ਜੁੱਧ ਨਹੀਂ ਕਰਦੇ। ਇਕ ਰਹਿਓ ਜੁਧ ਥਿਰ ਕਰ ਹੈ ਘਾਤ, ਉਸ ਜੁੱਧ ਨੂੰ ਵੇਖ ਕੇ ਮੈਦਾਨੇ ਜੰਗ ਦੇ ਵਿੱਚ ਦੋਹਰਾ ਹੋਰੇ ਕਰ ਗਿਰ ਪਤਨ ਭਟ, ਕਹਿੰਦੇ ਪਹਾੜੀਆਂ ਦੇ ਸਿਪਾਹੀ ਹੌਲੇ ਪੈ ਗਏ। ਫਿਰ ਕਰ ਨਿਜ ਨਿਜ ਥਾਏ, ਆਪਣੀ ਥਾਂ ਤੇ ਖੜ ਕੇ ਲੜਨ ਲੱਗੇ। ਹੁਣ ਅੱਗੇ ਵੱਧ ਕੇ ਲੜਨ ਦਾ ਚਾਹ ਲੱਥ ਗਿਆ ਉਹਨਾਂ ਦਾ। ਬੁੱਧੂ ਸ਼ਾਹ ਸਪੂਤ ਕੀ, ਪੀਰ ਬੁੱਧੂ ਸ਼ਾਹ ਦੇ ਪੁੱਤਰ ਦੀ ਸ਼ਹੀਦ ਦੀ ਲਾਸ਼ ਲੋਥ ਬੋਝ ਕਰ ਲਿਆਏ। ਬੜੇ ਬਲ ਨਾਲ ਮੁਰੀਦ ਚੁੱਕ ਲਿਆਏ। ਆਪਣੇ ਭਰਾ ਦੀ ਲਾਸ਼ ਦੂਜੇ ਪੁੱਤਰ ਪੀਰ ਦੇ ਗਏ, ਉਹ ਮੈਦਾਨੇ ਜੰਗ ਚੋਂ ਜ਼ੋਰ ਨਾਲ ਲੜ ਕੇ ਲੈ ਆਏ। ਇਮ ਸਹਾਇਤਾ ਕਰ ਭਲੇ, ਇਸ ਤਰ੍ਹਾਂ ਉਹਨਾਂ ਦੀ ਮਦਦ ਤੇ ਮਾਮਾ ਕਿਰਪਾਲ ਚੰਦ ਜੀ ਗਏ, ਪਰ ਇੱਕ ਪੁੱਤਰ ਪੀਰ ਬੁੱਧੂ ਸ਼ਾਹ ਦਾ ਸ਼ਹੀਦੀ ਪਾ ਗਿਆ। ਧੀਰਜ ਸਹਿਤ ਟਿਕਾਏ, ਉਹਨੂੰ ਧੀਰ ਦੇ ਨਾਲ ਲਿਆ ਕੇ ਪਿੱਛੇ ਲਾਸ਼ ਨੂੰ ਰੱਖਿਆ। ਤਜਹੁਤ ਖੰਗਨ ਕੋ ਕਹਿਓ, ਕਹਿੰਦੇ ਹੁਣ ਦੂਰ ਖੜ ਕੇ ਗੋਲੀਆਂ ਚਲਾਈਏ। ਪਹਾੜੀਆਂ ਨੇ ਵੀ ਆਪਣੇ ਬੰਦਿਆਂ ਨੂੰ ਕਹਿਤਾ ਤੇ ਪੀਰ ਬੁੱਧੂ ਸ਼ਾਹ ਨੇ ਵੀ। ਗੁਲਕਾਂ ਗਨ ਬਰਖਾਏ, ਦੋਵਾਂ ਪਾਸਿਆਂ ਤੋਂ ਗੋਲੀ ਫੇਰ ਚੱਲੀ ਜਾਂਦੀ, ਪਰ ਥੋੜੀ ਵਿੱਚ ਤੇ ਜਾ ਖੜੋਤੇ ਨੇ ਸੂਰਮੇ। ਧੀਰ ਦਈ ਕਹਿ ਪੀਰ ਕੋ, ਪੀਰ ਬੁੱਧੂ ਸ਼ਾਹ ਨੂੰ ਮਾਮਾ ਕਿਰਪਾਲ ਚੰਦ ਨੇ ਹੌਸਲਾ ਦਿੱਤਾ ਵੀ ਪੀਰ ਜੀ ਹੌਸਲਾ ਰੱਖੋ, ਸੂਰਮਿਆਂ ਨਾਲ ਹੀ ਇਹ ਕੰਮ ਹੁੰਦਾ, ਜੰਗ ਦੇ ਮੈਦਾਨ 'ਚ ਇਹੀ ਕੁਝ ਹੁੰਦਾ। ਹਾਂਜੀ, ਮ੍ਰਿਦੁਲ ਬਾਗ ਤੇ ਵੀਰ, ਤੇ ਸੂਰਮਿਆਂ ਨੇ ਨਾਲ ਦੇ ਸਾਥੀਆਂ ਨੇ ਹੌਸਲਾ ਦਿੱਤਾ ਵੀ ਹੁਣ ਹੌਸਲਾ ਨਾ ਢਾਇਆ ਜੇ ਪੀਰ ਜੀ, ਇਹ ਸੱਟ ਤਾਂ ਬੜੀ ਵੱਡੀ ਹੁੰਦੀ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਸਾਧ ਸੰਗਤ ਜੀ। ਪੁੱਤਰ ਨੂੰ ਤੇ ਬੁਖਾਰ ਚੜ੍ਹ ਜੇ ਨਾ ਤੇ ਮਾਪਿਆਂ ਨੂੰ ਰੋਟੀ ਨਹੀਂ ਚੰਗੀ ਲੱਗਦੀ, ਤੇ ਜਦੋਂ ਸਾਹਮਣੇ ਪੁੱਤਰ ਸ਼ਹੀਦ ਹੁੰਦੇ ਨੇ ਉਹ ਮਾਪੇ ਕਿੱਡੇ ਕਿ ਦਿਲ ਦਲੇਰ ਹੋਣਗੇ ਜਿਹੜੇ ਉਹ ਸ਼ਹੀਦ ਵੇਖਦੇ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਹਨ, ਧੰਨ ਪੀਰ ਬੁੱਧੂ ਸ਼ਾਹ ਜੀ। ਜਦੋਂ ਪੁੱਤਰ ਸ਼ਹੀਦ ਹੋ ਗਿਆ ਤੇ ਸਾਥੀਆਂ ਨੇ, ਸਿਆਣਿਆਂ ਨੇ, ਯੋਧਿਆਂ ਨੇ, ਮਾਮੇ ਕਿਰਪਾਲ ਵਰਗਿਆਂ ਨੇ ਹੌਸਲਾ ਦਿੱਤਾ। ਚਲਿਓ ਚਹਿਤ ਚਿੱਤ ਚੌਂਪ ਤੇ, ਪਰ ਉਹਨਾਂ ਦਾ ਜਗ ਨੂੰ ਉਤਸ਼ਾਹ ਉਸੇ ਤਰ੍ਹਾਂ ਸੀ, ਬੜੇ ਚਾਹ ਨਾਲ ਅੱਗੇ ਵਧਣਾ ਚਾਹੁੰਦੇ, ਲੜਨਾ ਚਾਹੁੰਦੇ ਨੇ। ਭਗਨੀ ਸੁਤ ਕੇ ਤੀਰ, ਕਹਿੰਦੇ ਆਪਣੀ ਮਾਮਾ ਕਿਰਪਾਲ ਚੰਦ ਜੀ ਆਪਣੀ ਭੈਣ ਦੇ ਪੁੱਤਰ ਕੋਲ ਜਾਣਾ ਚਾਹੁੰਦੇ ਵਾਪਸ। ਕੌਣ? ਭੈਣ ਦੇ ਪੁੱਤਰ ਮਾਤਾ ਗੁਜਰੀ ਦੇ ਲਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਵਾਪਸ ਆ ਗਏ ਮਾਮਾ ਕਿਰਪਾਲ ਜੀ। ਹਾਂਜੀ, ਤਿਉ ਤਰੰਗਮ ਸ਼ਤਰ ਕੇ, ਦੁਸ਼ਮਣ ਦਾ ਘੋੜਾ ਮਾਰ ਆਏ ਨੇ। ਕਰਿਓ ਸੁਭਜ ਗੋਪਾਲ, ਮਾਂ ਗੋਪਾਲ ਚੰਦ ਦੀ ਸਾਰੀ ਗੱਲ 10ਵੇਂ ਪਾਤਸ਼ਾਹ ਨੂੰ ਦੱਸੀ ਹੈ। ਵਾਹਿਨ ਅਪਰ ਮੰਗਾਏ ਕੈ, ਤੇ ਗੋਪਾਲ ਚੰਦ ਨੇ ਜਾ ਕੇ ਆਪਣਾ ਘੋੜਾ ਬਦਲਿਆ, ਫਿਰ ਹੋਰ ਘੋੜਾ ਮੰਗਾਇਆ ਉਹਨੇ ਵੀ। ਭਇਓ ਅਰੂੜ ਭੁਵਾਲ, ਗੋਪਾਲ ਚੰਦ ਫਿਰ ਘੋੜੇ ਤੇ ਚੜ ਕੇ ਫੇਰ ਮੈਦਾਨ ਚ ਆ ਗਿਆ। ਕਲਗੀ ਧਰ ਕੇ ਨਿਕਟ ਸਭ, ਇਧਰ ਮਾਮੇ ਕਿਰਪਾਲ ਨੇ ਸਤਿਗੁਰੂ ਕਲਗੀਧਰ ਜੀ ਨੂੰ ਸਾਰੀ ਵਾਰਤਾ ਸੁਣਾਈ। ਕਰਿਓ ਬਿਰਤਾਂਤ ਬਖਾਨ, ਸਾਰਾ ਬਿਰਤਾਂਤ ਦੱਸਿਆ ਵੀ ਕਿਸ ਤਰ੍ਹਾਂ ਗੋਪਾਲ ਚੰਦ ਆਇਆ ਸੀ ਤੇ ਉਹਦਾ ਘੋੜਾ ਮੇਰੇ ਹੱਥੋਂ ਮਰਿਆ। ਉਹ ਭੱਜ ਗਿਆ, ਜੇ ਖੜਦਾ ਤੇ ਮੈਂ ਉਹਨੂੰ ਵੀ ਪਾਲ ਬੁਲਾ ਦਿੰਦਾ। ਤੇ ਦੂਜਾ ਪੀਰ ਜੀ ਦਾ ਇੱਕ ਪੁੱਤਰ
ਪੁੱਤਰ ਸ਼ਹੀਦ ਹੋ ਗਿਆ। ਸਾਧ ਸਾਧ ਬੁੱਢੂ ਸਬਤ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਪੀਰ ਬੁੱਧੂ ਸ਼ਾਹ ਨੂੰ ਸ਼ਾਬਾਸ਼, ਸਾਧ ਸਾਧ ਸ਼ਾਬਾਸ਼ ਸ਼ਾਬਾਸ਼। ਇਹੋ ਜਿਹੇ ਮਰਦ ਮਹਾਂਪੁਰਸ਼ ਨੂੰ ਨਮਸਕਾਰ ਹੈ ਜਿਹਨੇ ਮੈਦਾਨੇ ਜੰਗ ਦੇ ਵਿੱਚ ਗੁਰੂ ਤੋਂ ਆਪਣਾ ਪੁੱਤਰ ਵਾਰ ਦਿੱਤਾ ਹੈ। ਜਿਨ ਰਾਖੀ ਨਿਜ ਆਨ ਉਹਨੇ ਆਪਣੀ ਆਣ ਰੱਖ ਲਈ ਹੈ, ਜ਼ਿੰਮੇਵਾਰੀ ਲਈ ਸੀ ਨਾ। ਬਚਨ ਕੀਤਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੂੰ, ਪਠਾਨ ਦਿੱਤੇ ਸੀਗੇ 500, ਪਠਾਨ ਭੱਜ ਗਏ ਪਰ ਪੀਰ ਜੀ ਨੇ ਉਹ ਲਾਜ ਨਿਭਾ ਦਿੱਤੀ ਹੈ। ਰਿਪ ਚੰਦੇਰ ਹੰਡੂਰੀਆ ਉਧਰੋਂ ਹੰਡੂਰੀਆ ਤੇ ਚੰਦੇਲੀਏ ਰਾਜੇ ਏ ਕਰ ਦਰ ਸਮੁਦਾਇ ਆਪਣੀ ਆਪਣੀ ਫੌਜ ਲੈ ਕੇ ਜਹ ਗੁਰੂ ਦਿਸ਼ ਜੰਗ ਕੋ ਕਲਗੀਧਰ ਪਾਤਸ਼ਾਹ ਨਾਲ ਯੁੱਧ ਕਰਨ ਵਾਸਤੇ ਕੀਰਤ ਫੰਗ ਚਲਾਏ। ਗੋਲੀਆਂ ਦਾ ਮੀਂਹ ਬਰਾਂਦੇ ਹੋਏ ਹੰਡੂਰੀਆ ਤੇ ਚੰਦੇਲੀਆ ਦੋਵੇਂ ਰਾਜੇ ਆ ਗਏ ਨੇ। ਪੰਜੋ ਭਰਾਤਾ ਅਰ ਰਹੇ ਅੱਗੇ ਪੰਜੇ ਭਰਾ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੁਲਾਬਰਾ, ਜੰਗਾ ਰਾਮ ਲੜ ਰਹੇ ਨੇ। ਜੇਤ ਚ ਮੂੰਹ ਕੇ ਜ਼ੋਰ ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ, ਦੋਵਾਂ ਪਾਸਿਆਂ ਤੋਂ ਜ਼ੋਰ ਪਾਇਆ ਹੈ। ਦੀਦ ਮਾਮੇ ਟੰਕਦਾ ਬੜੇ ਬੜੇ ਵੱਡੇ ਨਗਾਰਿਆਂ ਤੇ ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਆਪਣੇ ਸਾਹਮਣੇ ਨਗਾਰੇ ਵੱਜ ਰਹੇ ਨੇ। ਮਾਰ ਮਾਰ ਕਰ ਸ਼ੋਰ ਮਾਰੋ ਦਾ ਸ਼ੋਰ ਮਚਿਆ ਹੋਇਆ। ਕਰੇ ਬਲੋਕਤ ਸਤ ਗੁਰੂ ਸਤਿਗੁਰੂ ਕਲਗੀਧਰ ਜੀ ਤੀਰ ਗੜੀ ਤੇ ਖੜ ਕੇ ਜੰਗ ਦਾ ਨਜ਼ਾਰਾ ਵੇਖ ਰਹੇ ਨੇ। ਦਲ ਤੋਂ ਇਨਕੇ ਵੀਰ ਦੋਵਾਂ ਦਲਾਂ ਦੇ ਯੋਧਿਆਂ ਦਾ ਯੁੱਧ ਵੇਖ ਰਹੇ ਨੇ ਮਹਾਰਾਜ ਜੀ। ਹਰ ਪੁਰਸ਼ਾਰਥ ਕੋਹਤ ਹੈ ਸੂਰਮੇ ਆਪੋ ਆਪਣਾ ਬਲ ਲਾ ਕੇ ਦੁਸ਼ਮਣ ਨੂੰ ਮਾਰਦੇ ਨੇ। ਜਨ ਗੁਲਕਾਂ ਅਰ ਤੀਰ ਗੋਲੀਆਂ ਤੀਰਾਂ ਦਾ ਮੀਂਹ ਵਸ ਰਿਹਾ ਹੈ। ਦੋਹਰਾ ਭੀਖਮ ਖਾਨ ਹਿਆਤ ਖਾਨ ਭੀਖਨ ਖਾਨ, ਹਯਾਤ ਖਾਨ, ਤ੍ਰਿਤੀ ਨਜਾਬਤ ਖਾਨ ਤੀਜਾ ਨਜਾਬਤ ਖਾਨ। ਫਤਿਹ ਸ਼ਾਹ ਇਨਕੇ ਨਿਕਟ ਫਤਿਹ ਸ਼ਾਹ ਰਾਜਾ ਇਹਨਾਂ ਨੂੰ ਕੋਲ ਬੁਲਾ ਕੇ ਕਹਿਣ ਲੱਗਾ, ਦੂਤ ਪਠਿਓ ਮਤਵਾਨ ਦੂਤ ਭੇਜਿਆ, ਬੰਦਾ ਭੇਜਿਆ ਫਤਿਹ ਸ਼ਾਹ ਨੇ ਭੀਖਨ ਖਾਨ ਨੂੰ, ਨਜਾਬਤ ਖਾਨ ਨੂੰ, ਹਯਾਤ ਖਾਨ ਨੂੰ ਸੁਨੇਹਾ ਦਿੱਤਾ। ਬਾਦੜੀ ਚੰਦ ਤਤਕਾਲ ਏਉ ਤਿਨ ਬਾਤ ਕਹੀ ਉਹ ਦੂਤ ਆਇਆ ਫਤਿਹ ਸ਼ਾਹ ਦਾ ਤੇ ਪਠਾਣਾ ਨੂੰ ਕਹਿਣ ਲੱਗਾ ਤਨ ਕਿਉ ਰਣ ਖੇਤ ਹੈ ਦੇਤ ਨਹੀਂ ਕਿ ਰਾਜਾ ਜੀ ਕਹਿੰਦੇ ਨੇ ਤੁਸੀਂ ਅੱਗੇ ਹੋ ਕੇ ਕਿਉਂ ਨਹੀਂ ਲੜਦੇ? ਇਸ ਕਾਰਨ ਆਪ ਬਚਾਵਤ ਹੋ ਤੁਸੀਂ ਕਿਉਂ ਆਪਣਾ ਆਪ ਬਚਾਉਂਦੇ ਹੋ, ਕਿਉਂ ਪਿੱਛੇ ਲੁਕਦੇ ਹੋ? ਖਾਨ ਸਾਹਿਬ ਤੁਸੀਂ ਤੇ ਕਹਿੰਦੇ ਸੀ ਗੁਰੂ ਕੋਲ ਕੋਈ ਚੰਗਾ ਯੋਧਾ ਹੀ ਕੋਈ ਨਹੀਂ, ਅਸੀਂ ਇੱਕੋ ਚਪੇਟ ਨਾਲ ਢਾ ਲੈਣੇ ਨੇ ਸਿੱਖ, ਤੇ ਹੁਣ ਕੀ ਹੋ ਗਿਆ? ਕਿਉਂ ਪਿੱਛੇ ਖੜਦੇ ਹੋ? ਗੁਲਕਾਸਰ ਕਿਉਂ ਨਾ ਚਲਾਵਤ ਹੋ ਕਿਉਂ ਨਹੀਂ ਗੋਲੀਆਂ ਚਲਾਉਂਦੇ? ਕਿਉਂ ਨਹੀਂ ਤੀਰਾਂ ਦਾ ਮੀਂਹ ਬਰਾਂਦੇ? ਤੁਸੀਂ ਜੱਗੀ ਯੋਧੇ ਹੋ। ਗੁਰ ਤੀਰ ਕੁਵਾਰ ਬਖਾਨਤ ਹੈ ਤੁਸੀਂ ਤੇ ਕਹਿੰਦੇ ਸੀ ਵੀ ਗੁਰੂ ਦੇ ਕੋਲ ਜੱਟ, ਧੀਵਰ, ਤਰਖਾਣ, ਨਾਈ, ਛੀਂਬੇ, ਗਵਾਰ ਜਾਤਾਂ ਦੇ ਗਰੀਬ ਲੋਕ ਹਨ, ਉਹ ਕਿੱਥੇ? ਤੇ ਤੁਸੀਂ ਉਹਨਾਂ ਤੋਂ ਡਰ ਗਏ ਹੋ। ਜਿਹੜੇ ਉਹਨਾਂ ਨੂੰ ਤੁਸੀਂ ਗਵਾਰ ਕਹਿੰਦੇ ਸੀ ਉਹ ਤੁਹਾਨੂੰ ਅੱਗੇ ਲਾਈ ਫਿਰਦੇ ਨੇ। ਹਥਿਆਰਨ ਭੇਜਣਾ ਜਾਣਤ ਹੈ ਤੁਸੀਂ ਕਹਿੰਦੇ ਸੀ ਉਹਨਾਂ ਨੂੰ ਤੇ ਹਥਿਆਰ ਚਲਾਉਣਾ ਹੀ ਨਹੀਂ ਆਉਂਦਾ, ਹਥਿਆਰਾਂ ਦਾ ਭੇਦ ਹੀ ਕੋਈ ਨਹੀਂ। ਕਰ ਹੇਲ ਮਿਲੋ ਦਲ ਕਿਉਂ ਨਾ ਅਵੈ ਹੁਣ ਹੱਲਾ ਕਰਕੇ ਤੁਸੀਂ ਕਿਉਂ ਨਹੀਂ ਜਾ ਪੈਂਦੇ ਗੁਰੂ ਦੇ ਗਲ? ਲੁੱਟ ਮਾਫ ਕਰੀ ਧਨ ਲੈ ਹੋ ਅਸੀਂ ਤੁਹਾਨੂੰ ਪੌਂਟੇ ਦੀ ਸਾਰੀ ਲੁੱਟ ਮਾਫ ਕੀਤੀ, ਜੋ ਵੀ ਗੁਰੂ ਦੇ ਖਜ਼ਾਨੇ ਚੋਂ ਲੱਭੇਗਾ ਤੁਹਾਡਾ ਹੋਵੇਗਾ। ਹੀਰੇ ਮੋਤੀ ਸੋਨਾ ਚਾਂਦੀ ਜੋ ਲੁੱਟੋਗੇ ਤੁਹਾਡਾ ਹੋਏਗਾ, ਬਾਕੀ ਤੁਸੀਂ ਗੁਰੂ ਨੂੰ ਮਾਰ ਕੇ ਨਾ ਵਿਖਾਓ। ਸੁਣ ਭੀਖਨ ਖਾਨ ਬਖਾਨ ਕਰਿਓ ਇਹ ਸੁਣ ਕੇ ਭੀਖਨ ਖਾਨ ਬੋਲਿਆ ਕੁਛ ਦੇਰ ਨਹੀਂ ਲਖ ਜੰਗ ਕਰਿਓ ਕਿ ਰਾਜਾ ਜੀ ਨੂੰ ਕਹਿ ਦਿਓ ਹੁਣ ਕੋਈ ਦੇਰ ਨਹੀਂ, ਬਸ ਥੋੜੇ ਚਿਰ ਦੀ ਗੱਲ ਹੈ, ਅਸੀਂ ਮੈਦਾਨ ਫਤਿਹ ਕਰ ਲੈਣਾ। ਬਸ 20 ਕਬੀਰ ਹੈ ਇਨ ਮੈਂ ਬਸ 20 ਬੰਦੇ ਇਹਨਾਂ ਕੋਲ 94 ਹਨ ਲੜਾਕੇ, ਬਾਕੀ ਤਾਂ ਐਵੇਂ ਬਾਹਰ ਹੀ ਇਕੱਠੀ ਕੀਤੀ ਸਿੱਖਾਂ ਦੀ। ਕਰ ਘਾਤ ਵੈਦਨ ਕੋ ਰਣ ਮੈਂ ਉਹਨਾਂ 20 ਬੰਦਿਆਂ ਨੂੰ, ਸੰਗੋ ਸ਼ਾਹ ਨੂੰ, ਜੀਤਮਲ ਨੂੰ, ਮਾਰੀ ਚੰਦ ਨੂੰ, ਗੰਗਾ ਰਾਮ ਨੂੰ, ਦਇਆ ਰਾਮ ਨੂੰ, ਨੰਦ ਚੰਦ ਨੂੰ, ਮਾਮੇ ਕਿਰਪਾਲ ਨੂੰ ਜੇ ਮਾਰ ਲਿਆ, ਬਾਕੀ ਤੇ ਉਹੀ ਭੱਜ ਜਾਣਗੇ। ਕਰ ਹੇਲ ਪਤੇ ਨਹਿ ਚਿੰਤ ਕਰੇ ਬਸ ਹੱਲਾ ਕਰਕੇ ਅਸੀਂ ਹੁਣੇ ਫਤਿਹ ਪ੍ਰਾਪਤ ਹੋ ਜਾਣਾ, ਤੁਸੀਂ ਚਿੰਤਾ ਨਾ ਕਰੋ ਰਾਜਾ ਜੀ, ਸਾਡੇ ਹੁੰਦਿਆਂ ਫਿਕਰ ਨਾ ਕਰੋ। ਬੜਾ ਮਾਰੀ ਜਾਂਦਾ ਭੀਖਨ ਦਾ। ਹਾਂਜੀ, ਰਣ ਕੇ ਹੋਏ ਦਾਵ ਅਨੇਕ ਤਰੇ ਲੜਾਈ ਦੇ ਕਈ ਦਾਅ ਹੁੰਦੇ ਨੇ, ਅਸੀਂ ਵੇਖ ਰਹੇ ਹਾਂ ਵੀ ਕਿਹੜਾ ਦਾਅ ਚੱਲੇਗਾ, ਫਿਰ ਅਸੀਂ ਗੁਰੂ ਦੇ ਸਿੱਖਾਂ ਨੂੰ ਮਾਰ ਕੇ ਪੌਂਟੇ ਤੇ ਕਬਜ਼ਾ ਕਰਾਂਗੇ। ਭਾਖਨ ਖਾਨ ਬਟੋਰ ਦੇ ਇਹ ਤਾਂ ਕਹਿ ਕੇ ਭੀਖਨ ਖਾਨ ਨੇ ਆਪਣੇ 94 ਯੋਧੇ ਨਾਲ ਲਏ। ਇੱਕ ਹੇਲ ਕਰੋ
सब जोर दिए। ਇਹ ਪਠਾਣਾ ਨੂੰ ਕਹਿਣ ਲੱਗਾ ਕਰੀਏ ਹੱਲਾ, ਹੁਣ ਆਪਾਂ ਜ਼ੋਰ ਪਾਈਏ, ਸਿੱਖਾਂ ਨੂੰ ਮਾਰ ਕੇ ਭਜਾਈਏ। सुलखान हियात रिसियो तब हूँ, ਇਹ ਸੁਣ ਕੇ ਹਯਾਤ ਖਾਨ ਗੁੱਸਾ ਖਾਦਾ, जो भीखन खान पिखे सब हूँ। ਔਰ ਭੀਖਨ ਖਾਨ, ਹਯਾਤ ਖਾਨ, ਨਜਾਬਤ ਖਾਨ ਸੂਰਮੇ ਚੱਲੇ ਨੇ। कर तेज तरंग भाई परियो, ਘੋੜੇ ਦੌੜਾ ਦੌੜਾ ਕੇ ਅੱਗੇ ਵਧੇ ਹਨ ਪਠਾਨ ਪੁੱਤਰ, कत बान लकोदर संग ਔਰ करियो। ਬੜੇ ਤੀਰਾਂ ਦੀ ਵਰਖਾ ਕਰਦੇ ਨੇ ਤੇ ਸਿੱਖਾਂ ਨੂੰ ਤੀਰ ਮਾਰਦੇ ਨੇ ਕੱਸ ਕੱਸ ਕੇ। कुछ जात पठान समूहन है, ਪਿੱਛੇ ਪਠਾਨ ਨੇ ਤੇ ਅੱਗੇ ਨਜਾਬਤ ਖਾਨ, ਭੀਖਨ ਖਾਨ ਫੌਜ ਨੂੰ ਲਲਕਾਰਦੇ ਨੇ। कत तीर्थ भंगन मार कहें। ਗੋਲੀਆਂ ਤੀਰਾਂ ਦਾ ਮੀਂਹ ਬਣਾਉਂਦੇ ਨੇ ਤੇ ਮਾਰ ਲੋ ਕਹਿੰਦੇ ਨੇ। कित देव ताहे प्रहारत है, ਇਧਰੋਂ ਉਧਰ ਸੱਜੇ ਖੱਬੇ ਅੱਗੇ ਪਿੱਛੇ ਦੌੜ ਕੇ ਮਾਰਦੇ ਨੇ। अगर बदियो तिस मारत है। ਜਿਹੜਾ ਅੱਗੇ ਵਧੇ ਉਹਨੂੰ ਤੀਰ ਮਾਰ ਕੇ ਢਾ ਲੈਂਦੇ ਨੇ। बड़ धुंधब बाजत जंग मचियो, ਬੜਾ ਜੰਗ ਮਚਿਆ, ਨਗਾਰੇ ਵੱਜ ਰਹੇ ਨੇ। छित धूरत सूरन श्रवण रचियो। ਕਹਿੰਦੇ ਧਰਤੀ ਭੰਗਾਣੀ ਦੀ ਸੂਰਮਿਆਂ ਦੇ ਲਹੂ ਨਾਲ ਲਾਲ ਹੋ ਗਈ ਹੈ, ਗਾਰਾ ਬਣ ਗਿਆ ਮਿੱਝ ਦਾ ਤੇ ਖੂਨ ਦਾ। मुख मार है मार उचारत है, ਮਾਰ ਲੋ ਹੀ ਹੋ ਰਹੀ ਆ ਸਾਰੇ ਪਾਸੇ। कर खागल कान सो डारत है। ਔਰ ਗੋਲੀਆਂ ਪਾ ਕੇ ਬੰਦੂਕ ਵਿੱਚ ਤੇ ਗੋਲੀਆਂ ਦੀ ਵਰਖਾ ਕਰਦੇ ਨੇ। हंडिया समसीस फुटे सो गिरे, ਜਿਵੇਂ ਗੋਲੀ ਹਾਂਡੀ ਨੂੰ ਲੱਗੇ ਤੇ ਹਾਂਡੀ ਫੁੱਟ ਜਾਂਦੀ ਨਾ ਮਿੱਟੀ ਦੀ, ਏਦਾਂ ਕਹਿੰਦੇ ਜਦੋਂ ਮੱਥੇ 'ਚ ਗੋਲੀ ਵੱਜਦੀ ਤੇ ਸਿਰ ਦਾ ਪਟਾਕਾ ਪੈ ਜਾਂਦਾ ਹੈ। कर चीजन हाथ कटंत परे। ਔਰ ਤਲਵਾਰਾਂ ਦੇ ਨਾਲ ਕਹਿੰਦੇ ਬਾਹਾਂ ਕੱਟੀਆਂ 'ਚ ਪਈਆਂ ਨੇ, ਸਿਰ ਤਾਂ 'ਚ ਪਏ ਨੇ ਜਿਵੇਂ ਹਾਂਡੀਆਂ ਪਈਆਂ ਹੁੰਦੀਆਂ, ਤੇ ਕਹਿੰਦੇ ਬਾਹਾਂ 'ਚ ਪਈਆਂ ਨੇ ਜਿਵੇਂ ਕੜਛੀਆਂ ਪਈਆਂ। ਕਵੀ ਦੀ ਰੂਪਕ ਬਣ ਰਹੇ ਨੇ। ਪਰ ਘਰ ਦੀ ਰਸੋਈ ਦੇ ਵਿੱਚ ਇੱਕ ਹਾਂਡੀ ਮਿੱਟੀ ਦੀ, ਉਹਦਾ ਮਾਈਆਂ ਬੀਬੀਆਂ ਦਾਲ ਵਗੈਰਾ ਬਣਾਉਂਦੀਆਂ ਸਨ ਤੇ ਕੜਛੀਆਂ ਨਾਲ ਪਾਉਂਦੀਆਂ ਸਨ। ਕਹਿੰਦੇ ਸਿਰਾਂ ਦੀਆਂ ਹੱਡੀਆਂ ਨੇ ਤੇ ਬਾਹਾਂ ਦੀਆਂ ਟੁੱਟੀਆਂ ਵੱਡੀਆਂ ਬਾਹਾਂ ਦੀਆਂ ਕੜਛੀਆਂ ਪਈਆਂ ਨੇ। सिपरैंजन पात्र ताहे तरी, ਤੇ ਢਾਲਾਂ ਜਿਹੜੇ ਜਿਵੇਂ ਥਾਲ ਪਰੋਸੇ ਹੁੰਦੇ ਨੇ, विच आम एक श्रोण आहार करी। ਤੇ ਵਿੱਚ ਖਾਣਾ ਕਹਿੰਦੇ ਮਿੱਝ ਦਾ, ਲਹੂ ਦਾ, ਮਾਸ ਦਾ ਹੈ। कन जोगन प्रेत डकारत है, 64 ਕਰ ਜੋਗਣਾ 52 ਵੀਰ ਕਿਲਕਾਰੀਆਂ ਮਾਰ ਕੇ ਖੂਨ ਪੀਂਦੇ ਨੇ। उस भटन पिंजर डालत है। ਕਹਿੰਦੇ ਸੂਰਮਿਆਂ ਦੇ ਪਿੰਜਰਾਂ ਵਿੱਚੋਂ ਲਹੂ ਕੱਢ ਪੀਂਦੇ ਨੇ। वह गीदर आड़ पुकार करें, ਗਿੱਦੜ ਆ ਗਏ ਨੇ ਤੇ ਸੂਰਮਿਆਂ ਦਾ ਖੂਨ ਪੀ ਕੇ ਕੂਕਾਂ ਮਾਰਦੇ ਨੇ। मृद कंक पखै पल मोद भरें। ਕਿੱਦਾਂ ਆ ਕੇ ਚੀਕਾਂ ਮਾਰਦੀਆਂ ਨੇ, ਇੱਲਾਂ ਤੇ ਚਿੱਟੀਆਂ ਚੀਨਾਂ ਚੀਕ ਝਾੜਾ ਪਾ ਰਹੀਆਂ ਨੇ ਮੈਦਾਨੇ ਜੰਗ ਦਾ। ਇਹਨੂੰ ਕਹਿੰਦੇ ਨੇ ਰੁਦਰ ਰਸ, ਵੀਰਤਸ ਰਸ। ਪਹਿਲਾਂ ਸੀ ਉਤਸ਼ਾਹ ਵਾਲਾ ਵੀਰ ਰਸ, ਹੁਣ ਕਵੀ ਜੀ ਵਰਣਨ ਕਰ ਰਹੇ ਰੁਦਰ ਰਸ ਤੇ ਵੀਰਤਸ ਰਸ। ਬਹੁਤ ਭਿਆਨਕ ਹੁੰਦਾ, ਡਰਾਉਣਾ ਸੀਨ ਹੁੰਦਾ, ਜਿਹਦਾ ਨਾਂ ਸੁਣ ਕੇ ਹੀ ਕੰਬਣੀ ਛਿੜ ਜਾਂਦੀ। ਜਿਹਨਾਂ ਨੇ ਵੇਖਿਆ ਹੁੰਦਾ ਉਹ ਕਿੱਦਾਂ ਦਾ ਹੁੰਦਾ। ਲਾਸ਼ਾਂ ਨੂੰ ਕੁੱਤੇ ਘੜੀਸਦੇ ਫਿਰਦੇ ਨੇ, ਪੇਟ ਦੀਆਂ ਆਂਦਰਾਂ ਗਿੱਦੜ ਖਾਈ ਜਾਂਦੇ ਨੇ, ਇੱਲਾਂ ਮਾਸ ਖਾਂਦੀਆਂ ਨੇ। ਚੰਡੀ ਦੀ ਵਾਰ ਵਿੱਚ ਸੱਚੇ ਪਾਤਸ਼ਾਹ ਨੇ ਵੀ ਨਕਸ਼ਾ ਬੰਨਿਆ, ਭੂਤਾਂ, ਇੱਲਾਂ, ਕਾਗੀ, ਗੋਸਤ ਭਖਿਆ, ਹੁੰਮੜ ਧੁੰਮੜ ਜਾਗੀ 31 ਸੂਰਿਆਂ। ਇਹੋ ਜਿਹਾ ਮੈਦਾਨੇ ਜੰਗ ਦਾ ਨਕਸ਼ਾ ਹੈ। कित घायल है जल जागत है, ਕਹਿੰਦੇ ਕਈ ਘਾਇਲ ਹੋਏ ਪਏ ਨੇ, ਉੱਠ ਕੇ ਤੁਰ ਨਹੀਂ ਸਕਦੇ, ਲੱਤਾਂ ਗੋਡੇ ਟੁੱਟ ਗਏ ਨੇ ਤੇ ਪਾਣੀ ਮੰਗਦੇ ਨੇ। एक लोट श्रोणत राजत है। ਤੇ ਇੱਕ ਲਹੂ ਦੇ ਵਿੱਚ ਪਲਸੇਟੇ ਮਾਰਦੇ ਨੇ, ਕੱਪੜੇ ਲਹੂ ਨਾਲ ਭਿੱਜੇ ਨੇ। वह कान मरे कुल कान लगे, ਬੜੇ ਖਾਨ ਮਾਰੇ ਗਏ ਨੇ ਤੇ ਬੜੇ ਸਿੱਖ ਵੀ ਸ਼ਹੀਦ ਹੋ ਗਏ ਨੇ। दरबार न सोजट वीर जगे। ਤਲਵਾਰਾਂ ਦੇ ਨਾਲ ਸੂਰਮਿਆਂ ਦੇ ਸਰੀਰ ਦੇ ਪੋਛੇ ਲੈ ਗਏ ਨੇ। तब खान हियात हनै सर को, ਕਹਿੰਦੇ ਹਯਾਤ ਖਾਨ ਤੀਰਾਂ ਦੇ ਤੀਰ ਚਲਾਈ ਜਾਂਦਾ ਹੈ। पर के दर को बहु दै डर को। ਉਹ ਗੁਰੂ ਦੇ ਸਿੱਖਾਂ ਦੇ ਪੈਰ ਨਹੀਂ ਲੱਗਣ ਦਿੰਦਾ। ਬੜਾ ਸੂਰਮਾ ਹਯਾਤ ਖਾਨ, ਤੀਰ ਅੰਦਾਜ਼ ਬੜਾ ਚੰਗੀ ਹੈ ਤੇ ਬਹੁਤ ਸਾਰੇ ਸਿੱਖਾਂ ਨੂੰ ਮਾਰਦਾ ਹੈ ਤੀਰਾਂ ਨਾਲ। निज अंग बचाए प्रहारत है, ਉਹ ਆਪਣਾ ਆਪ ਬਚਾ ਕੇ ਸਿੱਖਾਂ ਨੂੰ ਮਾਰਦਾ ਹੈ। है तेज करे ललकारत है। ਆਪਣੇ ਘੋੜੇ ਨੂੰ ਤੇਜ਼ ਕਰਕੇ ਲਲਕਾਰ ਕੇ ਸਿੱਖਾਂ ਨੂੰ ਮਾਰਦਾ ਹੈ। दल मैं बल दीहे दिखारत है, ਕਹਿੰਦੇ ਮੈਦਾਨੇ ਜੰਗ 'ਚ ਆਪਣਾ ਬੜਾ ਬਲ ਦਿਖਾ ਰਿਹਾ ਹਯਾਤ ਖਾਨ। जिस तीर हनै तिस मारत है। ਜਿਹਨੂੰ ਤੀਰ ਮਾਰਦਾ ਉਹਨੂੰ ਥਾਂ ਹੀ ਮਾਰ ਦਿੰਦਾ, ਉਹਦਾ ਤੀਰ ਖਾਲੀ ਨਹੀਂ ਜਾਂਦਾ ਹਯਾਤ ਖਾਨ ਦਾ। पर पास महंत कृपाल खड़ियो, ਉਸ ਵੇਲੇ 10ਵੇਂ ਪਾਤਸ਼ਾਹ ਦੇ ਕੋਲ ਮਹੰਤ ਕਿਰਪਾਲ ਦਾਸ ਜੀ ਉਦਾਸੀ ਖੜੇ ਨੇ। अब लोक कोप विशाल भरियो। ਮਹੰਤ ਕਿਰਪਾਲ ਦਾਸ ਜੀ ਨੇ ਵੇਖਿਆ ਹਯਾਤ ਖਾਨ
ਸਿੱਖਾਂ ਦਾ ਬਹੁਤ ਨੁਕਸਾਨ ਕਰ ਰਿਹਾ ਤੇ ਮਹੰਤ ਜੀ ਨੂੰ ਵੀਰ ਰਸ ਚੜ ਗਿਆ। ਪਰ ਤੇਜ ਤਰੰਗਮ ਜੋਰ ਕਰੇ, ਕਹਿੰਦੇ ਬੜਾ ਜ਼ੋਰ ਦੇ ਨਾਲ ਆਪਣਾ ਘੋੜਾ ਦੌੜਾ ਕੇ ਪੈਂਦਾ ਹਯਾਤ ਖਾਨ ਹਮਰੇ ਦਲ ਕੋ ਬਹੁਤਾਸ ਧਰੇ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਸਾਡੇ ਦਲ ਦਾ ਬੜਾ ਨੁਕਸਾਨ ਕਰ ਰਿਹਾ, ਨਿਮਕ ਹਰਾਮੀ ਗੁਰੂ ਘਰ ਦਾ ਹੀ ਰੋਣ ਖਾ ਕੇ ਤੇ ਅੱਜ ਦੁਸ਼ਮਣ ਨਾਲ ਲੜ ਗਿਆ। ਪ੍ਰਭ ਜੀ ਨਿਜ ਆਇਸ ਦੇਹੁ ਅਵੈ, ਪੰਤ ਕਿਰਪਾਲ ਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਨੂੰ ਆਗਿਆ ਬਖਸ਼ੋ, ਇਸ ਸੰਗ ਲਰੋ ਨਾ ਡਰੋ ਸੁਖ ਬੈ। ਮੈਂ ਇਹਦੇ ਨਾਲ ਦੋ ਹੱਥ ਕਰਨਾ ਚਾਹੁੰਦਾ, ਮੈਂ ਇਹਨੂੰ ਦੋ ਹੱਥ ਵਿਖਾਣੇ ਚਾਹੁੰਦਾ, ਮੈਂ ਪਿੱਛੇ ਨਹੀਂ ਹਟਾਂਗਾ। ਪਟ ਬ੍ਰਿੰਦਨ ਪੂਰਨ ਮਾਰਤ ਇਹ ਹੈ, ਸਾਡੇ ਬੜੇ ਬੜੇ ਯੋਧੇ ਮਾਰ ਬੈਠਾ ਹੈ, ਨਿਜ ਅੰਗ ਬਚਾਏ ਪ੍ਰਹਾਰਤ ਹੈ। ਆਪਣੇ ਆਪ ਨੂੰ ਬਚਾ ਕੇ ਕਿਸੇ ਸਿੱਖ ਦੇ ਵਾਰ ਥੱਲੇ ਆਉਂਦਾ ਹੀ ਨਹੀਂ ਪਿਆ, ਰੁਕ ਹੀ ਨਹੀਂ ਆ ਰਿਹਾ ਕਿਸੇ ਸਿੱਖ ਦੇ। ਕਤ ਪੂਰਬ ਮੈਂ ਜਬ ਪ੍ਰਾਨ ਲਗੋ, ਪਹਿਲਾਂ ਮਹਾਰਾਜ ਮੈਂ ਇਹਨੂੰ ਮਾਰਾਂਗਾ ਤੇ ਪ੍ਰਾਣ ਲਵਾਂਗਾ, ਹੁਣ ਆਨ ਬਿਲੋ ਕਹੋ ਆਨ ਲਗੋ। ਆਪ ਦੇ ਦਰਸ਼ਨ ਕਰਾਂਗਾ ਆ ਕੇ। ਇਹਨੂੰ ਕਹਿੰਦੇ ਉਤਸ਼ਾਹ, ਇਹ ਨਹੀਂ ਵੀ ਮੈਂ ਜਾ ਕੇ ਮਰ ਜਾਣਾ, ਉਹ ਕਹਿੰਦੇ ਮਾਰ ਕੇ ਆਵਾਂਗਾ। ਜੇ ਇਹ ਇਰਾਦਾ ਹੋਵੇ ਤਾਂ ਹੀ ਕੁਝ ਬੰਦਾ ਕਰਦਾ, ਜੇ ਪਹਿਲਾਂ ਹੀ ਸੋਚੇ ਮੈਂ ਮਾਰੀ ਜਾਣਾ ਤਾਂ ਨਹੀਂ ਕਰਨਾ। ਮਰਨਾ ਤਾਂ ਪ੍ਰਵਾਨ ਕਰਦੇ ਹੀ ਨੇ, ਮੌਤ ਨੂੰ ਤਾਂ ਕਬੂਲ ਕਰਦੇ, ਪਰ ਇਰਾਦਾ ਦਾਈਆ ਜਿੱਤ ਦਾ ਰੱਖਦੇ ਸੂਰਮੇ। ਕਹਿੰਦੇ ਮਹਾਰਾਜ ਜੀ ਮੈਂ ਉਹਨੂੰ ਮਾਰ ਕੇ ਫਿਰ ਆਪ ਦੇ ਦਰਸ਼ਨ ਆ ਕੇ ਕਰਦਾ ਹਾਂ। ਕਲਗੀਧਰ ਹਰਿਓ ਮੁਸਕਾਏ ਕਹਿਓ, ਸਾਰੇ ਕਲਗੀਧਰ ਪਾਤਸ਼ਾਹ ਪੰਤ ਕਿਰਪਾਲ ਦਾਸ ਦਾ ਬਚਨ ਸੁਣ ਕੇ ਮੁਸਕਰਾ ਕੇ ਬੋਲੇ, ਤੁਮ ਬਾਕਨ ਕੇਰ ਪ੍ਰਤਾਪ ਲਹਿਓ। ਮਹਾਰਾਜ ਕਹਿੰਦੇ ਮਹਾਂਪੁਰਸ਼ੋ ਤੁਹਾਡੇ ਰਸਨਾ ਦੇ ਬੋਲਾਂ ਦਾ ਪ੍ਰਤਾਪ ਹੈ। ਆਪਕੋ ਸਤਨਾਮ ਸ੍ਰੀ ਅੱਛੇ ਪੈਰ ਗੁਰਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ ਜੋ ਬੋਲ ਦਵੇ ਨਾ, ਉਹ ਕੋਈ ਦੁਨੀਆ ਦੀ ਤਾਕਤ ਟਾਲ ਹੀ ਨਹੀਂ ਸਕਦੀ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋ। ਹਾਂਜੀ, ਪਰ ਦੇਹ ਫਤਿਹ ਗੁਰ ਪਾਵਹਿੰਗੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਤੁਹਾਡੇ ਬਚਨ ਸੀ, ਤੁਸੀਂ ਕਿਹਾ ਸੀ। ਸੰਤ ਕਿਰਪਾਲ ਦਾਸ ਨੇ ਮਹਾਰਾਜ ਪੁੱਛਦੇ, ਸੰਤ ਜੀ ਤੁਸੀਂ ਮਹਾਂਪੁਰਸ਼ ਹੋ, ਇਹ ਦੱਸੋ ਜੰਗ ਅਸੀਂ ਜਿੱਤਾਂਗੇ ਕਿ ਕੀ ਹੋਵੇਗਾ? ਤੇ ਮਹੰਤ ਨੇ ਆਖਿਆ ਸੀ ਮਹਾਰਾਜ ਤੁਸੀਂ ਤੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹੋ, ਤੁਹਾਨੂੰ ਕੌਣ ਹਰਾ ਸਕਦਾ, ਤੁਹਾਡੀ ਫਤਿਹ ਹੋਵੇਗੀ। ਤੇ ਮਹਾਰਾਜ ਹੁਣ ਦੁਬਾਰਾ ਯਾਦ ਕਰਾ, ਮਹਾਂਪੁਰਸ਼ੋ ਤੁਸੀਂ ਕਿਹਾ ਸੀ ਵੀ ਤੁਸੀਂ ਜਿੱਤੋਗੇ ਤੇ ਤੁਹਾਡੇ ਬਚਨ ਪੂਰੇ ਹੋਣੇ। ਜੇ ਬ੍ਰਿੰਦ ਖਪਾਏ ਵਹਾਵਹਿੰਗੇ, ਦੁਸ਼ਮਣ ਨੂੰ ਖਪਾ ਕੇ ਰੋੜ ਦਿਆਂਗੇ ਨਦੀ ਦੇ ਵਿੱਚ। ਇਹ ਸੰਤਨ ਕੀ ਨਿਤ ਰੀਤ ਹੈ। ਮਹਾਂਪੁਰਸ਼ੋ ਤੁਹਾਡੇ ਵਰਗੇ ਸੰਤਾਂ ਦੀ ਰੀਤ ਹੈ, ਜੋ ਤੁਸੀਂ ਕਹਿ ਦਿੰਦੇ ਹੋ ਉਹ ਪੂਰਾ ਹੁੰਦਾ ਹੈ। ਕੋਈ ਹਾਰ ਵਿਜੈ ਪਰ ਸ਼ਰਾਪ ਕਹੈ, ਜੋ ਵਰ ਦੇ ਦਿਓ ਵਰ ਪੂਰਾ ਹੁੰਦਾ, ਜੇ ਸ਼ਰਾਪ ਦੇ ਦਿਓ ਸ਼ਰਾਪ ਪੂਰਾ ਹੁੰਦਾ। ਮਹਾਂਪੁਰਸ਼ ਦੇ ਬੋਲ ਕਦੇ ਅਧੂਰੇ ਨਹੀਂ ਜਾਂਦੇ, ਖਾਲੀ ਨਹੀਂ ਜਾਂਦੇ। ਸੁਨ ਫੇਰ ਕਿਰਪਾਲ ਬਖਾਨਤ ਹੈ। ਮਹੰਤ ਕਿਰਪਾਲ ਦਾਸ ਜੀ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਬੋਲੇ, ਰਸ ਵੀਰ ਬਦਿਓ ਰਸ ਠਾਨਤ ਵੀਰ ਹੈ। ਰਸ ਚ ਆ ਗਿਆ ਸਾਧ ਕਿਰਪਾਲ ਦਾਸ, ਤੇ ਵੀਰ ਰਸ ਵਿੱਚ ਆ ਕੇ ਬਚਨ ਕਰਦੇ ਨੇ ਸੰਤ ਜੀ। ਪ੍ਰਭ ਜੀਰਨ ਮਹਿ ਤੁਮ ਸੰਗ ਖਰਿਓ, ਸੱਚੇ ਪਾਤਸ਼ਾਹ ਜੀ ਜੰਗ ਤੇ ਤੁਸੀਂ ਕਰ ਰਹੇ ਹੋ, ਤੁਸੀਂ ਮੇਰੇ ਅੰਗ ਸੰਗ ਹੋ, ਸਭ ਕੁਝ ਕਰਨਾ ਤੁਸੀਂ ਹੈ, ਮੈਂ ਕੁਝ ਨਹੀਂ ਆ ਮਹਾਰਾਜ, ਕਰਨ ਵਾਲੇ ਆਪ ਪਰਮੇਸ਼ਰ ਹੋ। ਵੇਖ ਲੂਣ ਹਰਾਮ ਪਠਾਨ ਹਰਿਓ, ਪਰ ਮੇਰੇ ਕੋਲ ਲੂਣ ਹਰਾਮੀ ਦਾ ਇੱਕ ਵੇਖਿਆ ਨਹੀਂ ਜਾ ਰਿਹਾ, ਇਹ ਸਾਡੇ ਸਾਹਮਣੇ ਅੜਿਆ, ਸਾਡੇ ਜੋਧੇ ਮਾਰੀ ਜਾਂਦਾ ਹੈ। ਲਹਿ ਜਾਏ ਸਹਿਯੋਗ ਕੇ ਬਲ ਕੋ, ਇਹਦੇ ਬਲ ਦਾ, ਇਹਦੇ ਵਾਧੇ ਦਾ ਮੇਰੇ ਤੋਂ ਚਰਿਆ ਨਹੀਂ ਜਾ ਰਿਹਾ। ਕਰ ਘਾਤ ਡਰਾਵਤ ਹੈ ਦਲ ਕੋ, ਇਹ ਸਾਡੇ ਦਲ ਨੂੰ ਡਰਾ ਰਿਹਾ, ਦਹਿਸ਼ਤ ਪਾ ਦਿੱਤੀ ਹੈ, ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ। ਕਲਗੀ ਧਰਿਓ ਜਬ ਬੈਨ ਸੁਨੇ, ਜਦੋਂ ਕਲਗੀਧਰ ਨੇ ਸੰਤ ਬਾਬਾ ਕਿਰਪਾਲ ਦਾਸ ਦੀ ਉਦਾਸੀ ਦੇ ਬਚਨ ਸੁਣੇ, ਔਰ ਹੋਏ ਪ੍ਰਸੰਨ ਵਿਸਾਲ ਭਨੇ, ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ, ਹਥਿਆਰ ਕਹਾਂ ਜੋ ਪ੍ਰਹਾਰ ਹੋਗੇ। ਬਾਬਾ ਜੀ ਕਿਹੜਾ ਸ਼ਸਤਰ ਲੈ ਕੇ ਚਲਾਓਗੇ, ਤੁਹਾਡੇ ਕੋਲ ਸ਼ਸਤਰ ਕਿਹੜਾ ਜਿਹੜਾ ਜਾ ਕੇ ਹਯਾਤ ਖਾਨ ਨੂੰ ਮਾਰੋਗੇ? ਇਸ ਕੇ ਬਲ ਤੇ ਅਰਮਾਰ ਹੋਗੇ, ਕਿਹੜੇ ਸ਼ਸਤਰ ਨਾਲ ਮਾਰੋਗੇ ਇਸ ਹਯਾਤ ਖਾਨ ਨੂੰ? ਦਰਬਾਰ ਤੁਫੰਗ ਨਾ ਤੋਮਰ ਹੈ, ਨਾ ਤੁਹਾਡੇ ਕੋਲ ਤਲਵਾਰ ਹੈ, ਨਾ ਬੰਦੂਕ ਹੈ, ਨਾ ਬੱਚਾ ਹੈ, ਧਨਵਾਨ ਮਹਾਨ ਨਹੀਂ ਕਰ ਹੈ, ਨਾ ਤੁਹਾਡੇ ਕੋਲ ਤੀਰ ਕਮਾਨ ਹੈ, ਨਹਿ ਘਰ ਬਚਾਵਨ ਅੰਗਨ ਕੋ, ਤੇ ਢਾਲ ਵੀ ਨਹੀਂ ਤੁਹਾਡੇ ਕੋਲ ਦੁਸ਼ਮਣ ਦਾ ਵਾਰ ਰੋਕਣ ਲਈ। ਕਿਨ ਜੰਗ ਚਹੋ ਅਰ ਭੰਗਨ ਕੋ, ਫਿਰ ਜੰਗ ਕਿਵੇਂ ਕਰੋਗੇ ਕਿਹਦੇ ਨਾਲ ਜਾ ਕੇ ਤੁਸੀਂ ਸੰਤ ਜੀ? ਸੁਨ ਸੰਤ ਕਿਰਪਾਲ ਲਹਿਓ, ਸੰਤ ਕਿਰਪਾਲ ਦਾਸ ਨੇ ਕਿਰਪਾਲੂ ਸਤਿਗੁਰਾਂ ਵੱਲ ਵੇਖਿਆ। ਢਿਗ ਮਾਤਲ ਵੀਰ ਕਿਰਪਾਲ ਚਹਿਓ, ਮਾਮਾ ਕਿਰਪਾਲ ਚੰਦ ਵੀ ਕੋਲ ਖੜੇ ਸਨ। ਕੁਤ ਕਾ ਇਹ ਕਾਂਦੇ ਮੋਹੇ ਕਹਿਓ, ਕਹਿਣ ਲੱਗਾ ਮਹਾਰਾਜ ਜੀ ਆਹ ਵੇਖੋ ਨਾ ਮੇਰੇ ਕੋਲ ਸਲੋਤਰ ਕੁੱਤ ਦਾ, ਇਹ ਮੇਰੇ ਕੰਧੇ ਤੇ ਹਰ ਵੇਲੇ ਰਹਿੰਦਾ,
ਇਹ ਮੇਰਾ ਪਰਖਿਆ ਹੋਇਆ ਸ਼ਸਤਰ ਹੈ ਮਹਾਰਾਜ, ਇਹਦੇ ਨਾਲ ਹੀ ਮੋਰਚਾ ਫਤਿਹ ਕਰ ਦਿਆਂਗਾ। ਆਯੁਧ ਦੀਰਘ ਹਾਥ ਕਹਿਓ, ਇਹ ਵੱਡਾ ਸ਼ਸਤਰ ਹੈ ਮਹਾਰਾਜ, ਤੁਹਾਡੀ ਕਿਰਪਾ ਨਾਲ ਮਿਲਿਆ ਹੈ। ਇੱਕ ਸੰਗ ਹਿਆਤ ਪ੍ਰਹਾਰ ਕਰੋ, ਇਹਦੇ ਨਾਲ ਹੀ ਮਾਰਾਂਗੇ ਹਿਆਤ ਖਾਂ ਨੂੰ। ਤੁਮਰੋ ਬਲ ਪਾਏ ਰਤੀ ਨਾ ਡਰੋ, ਮਹਾਰਾਜ ਤੁਹਾਡੀ ਕਿਰਪਾ ਨੇ ਕੰਮ ਕਰਨਾ, ਮੈਨੂੰ ਰੱਤੀ ਨਹੀਂ ਡਰ ਲੱਗ ਰਿਹਾ, ਮੈਂ ਛੋਟੇ ਨਾਲ ਹੀ ਪਾਰ ਬੁਲਾ ਲਿਆਂਗਾ। ਲੋ ਚਲ ਜਾਏ ਨਾ ਛੋਰ ਹੰਗੋ, ਜਿੱਥੇ ਭੱਜ ਕੇ ਜਾਣਾ ਭੱਜ ਲਵੇ, ਹਿਆਤ ਖਾਂ ਪਹਾੜ ਦੀ ਕੰਧਰ 'ਚ ਵੀ ਲੁਕ ਗਿਆ, ਉੱਥੇ ਵੀ ਲੱਭ ਕੇ ਮਾਰ ਦਿਆਂਗਾ। ਇੱਕ ਵਾਰ ਕਰੋ ਸਿਰ ਫੋਰ ਹੰਗੋ, ਇੱਕੋ ਹੀ ਵਾਰ ਮਾਰਾਂਗਾ ਮਹਾਰਾਜ, ਦੂਜਾ ਨਹੀਂ ਮਾਰਾਂਗਾ। ਸੁਨ ਮਾਤੁਲ ਧੀਰ ਕਿਰਪਾਲ ਕਹੈ, ਇਹ ਸੁਣ ਕੇ ਸੰਤ ਕਿਰਪਾਲ ਦਾਸ ਜੀ ਬੋਲੇ, ਤਬ ਤੇਜ ਵਿਸਾਲ ਕਿਰਪਾਲ ਅਹੈ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਹੀ ਤੇਜ ਪ੍ਰਤਾਪ, ਤੁਹਾਡੀ ਕਿਰਪਾ ਹੈ। ਕਹਿ ਦੇਹੋ ਕਿਰਪਾਲ ਸੋ ਆਏ ਸਕੋ, ਮਹਾਰਾਜ ਮੈਨੂੰ ਆਗਿਆ ਬਖਸ਼ੋ। ਰਣ ਹਾਥ ਸਾਥ ਪਠਾਨ ਪਿਖੋ ਇਸ ਕੋ, ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਬਾਪ ਮਹਾਰਾਜ ਤੇਰੇ ਆ ਗਿਆ, ਸੰਤਾਂ ਨੂੰ ਕਰਨ ਦਿਓ ਇਹਨਾਂ ਨੂੰ ਕੁਛ। ਮੁਸਕਾਏ ਪ੍ਰਭੂ ਤਬ ਬਾਤ ਕਹਿਓ, ਮੁਸਕਰਾ ਕੇ ਸੱਚੇ ਪਾਤਸ਼ਾਹ ਜੀ ਬੋਲੇ, ਤਤ ਖਾਨ ਹਿਆਤ ਹਿਰਦੈ ਚੋ ਚਹਿਓ, ਕਹਿਣ ਲੱਗੇ ਜਾਓ ਫਿਰ ਸੰਤ ਜੀ ਜੇ ਮਾਰਨਾ ਤੇ ਹਿਆਤ ਖਾਨ ਦਾ ਪਰ ਦਿਓ, ਭੋਗ ਪਾ ਦਿਓ, ਪੜ ਦਿਓ ਬਾਤੀਆ ਇਹਦਾ। ਬਿਨਤੀ ਜਗ ਮੈਂ ਜਬ ਭੀਮ ਗਦਾ, ਕਹਿੰਦੇ ਜਿਵੇਂ ਭੀਮ ਚੰਦਰ ਭੀਮ ਸੈਨ ਦੀ ਗਦਾ ਪ੍ਰਸਿੱਧ ਹੈ ਨਾ, ਮਹਾਭਾਰਤ ਦੇ ਜੰਗ ਤੋਂ ਲੈ ਕੇ ਅੱਜ ਤਾਈਂ ਵੀ ਉਹਦੇ ਗਦਾ ਦੇ ਨਾਲ ਪਹਾੜ ਚੂਰ ਹੋ ਜਾਂਦੇ ਸੀ, ਉਹਦੀ ਗਦਾ ਦੇ ਅੱਗੇ ਬੜੇ ਬੜੇ ਸੂਰਮੇ ਮਾਤ ਪੈ ਜਾਂਦੇ ਸੀ ਜਦੋਂ ਭੀਮ ਗਦਾ ਮਾਰਦਾ ਸੀ। ਹਾਂਜੀ, ਕੁਤਕਾਤ ਨ ਜਨ ਹੈ ਲੋਕ ਸਦਾ, ਮੇਰੇ ਖਾਲਸੇ ਪੰਥ ਵਿੱਚ ਸੰਤ ਕਿਰਪਾਲ ਦਾਸ ਜੀ ਤੇਰੇ ਕੁਤਕੇ ਦੀ ਕਥਾ ਚੱਲੇਗੀ, ਸਦਾ ਹੀ ਗੂੰਜੇਗੀ, ਜਿਵੇਂ ਭੀਮ ਦੀ ਗਦਾ ਗੂੰਜਦੀ ਹੈ। ਮਹਾਭਾਰਤ ਪੜ੍ਹ ਕੇ ਮੇਰੇ ਇਤਿਹਾਸ ਦੇ ਗ੍ਰੰਥਾਂ ਵਿੱਚ ਤੇਰੇ ਸਰੋਤਰ ਦੀ ਕਥਾ ਚੱਲੇਗੀ, ਤੇਰੇ ਸੋਟੇ ਦੀ ਕਥਾ ਚੱਲੇਗੀ। ਹਾਂਜੀ, ਗੁਰ ਕੇ ਸੁਨ ਪਾਕ ਆਨੰਦ ਭਇਓ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਮਹੰਤ ਕਿਰਪਾਲ ਦਾਸ ਜੀ ਬੜੇ ਪ੍ਰਸੰਨ ਹੋਏ। ਬਲ ਸਾਥ ਸੁਹਾਤ ਸੰਭਾਲ ਲਿਓ, ਕਹਿੰਦੇ ਬਲ ਦੇ ਨਾਲ ਸੋਟਾ ਮੋਢੇ ਤੇ ਸੰਭਾਲ ਲਿਆ ਤੇ ਸਰੀਰ ਨੂੰ ਕਾਇਮ ਕੀਤਾ। ਇਹ ਦੀਰਘ ਦੇਹ ਸੋ ਪੇਟ ਮਹਾ, ਕਹਿੰਦੇ ਸਰੀਰ ਵੱਡਾ ਸੀਗਾ, ਪੇਟ ਥੋੜਾ ਜਾਗਾ ਨੂੰ ਵਧਿਆ ਹੋਇਆ ਸੀ, ਕਿਉਂਕਿ ਜ਼ਿਆਦਾ ਸਮਾਧੀ 'ਚ ਬੈਠੇ ਮਹਾਂਪੁਰਸ਼ ਕਈ ਦਿਨ ਭਜਨ ਵਿੱਚ ਹੀ ਲੀਨ ਰਹਿੰਦੇ ਸਨ। ਗੁਰਮੁਖ ਅੰਤਰ ਸਹਿਜ ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਘ ਨ ਭੁਖੈ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ। ਉਹ ਸਰੀਰ ਨਹੀਂ ਹੁੰਦੇ, ਉਹ ਆਤਮਾ ਰੂਪੀ ਹੁੰਦੇ ਨੇ, ਪਰਮੇਸ਼ਰ ਰੂਪੀ ਹੁੰਦੇ ਨੇ। ਇਹੋ ਜਿਹੇ ਮਹਾਂਪੁਰਸ਼ ਬਾਬਾ ਕਿਰਪਾਲ ਦਾਸ ਜੀ। ਕਹਿੰਦੇ ਬਾਹਾਂ ਦੋਵੇਂ ਵੱਡੀਆਂ ਲੰਮੀਆਂ ਬੜੀਆਂ ਬਲ ਵਾਲੀਆਂ, ਕਿਉਂਕਿ ਜਦੀ ਸਦੀ ਸਨ, ਬਚਪਨ ਤੋਂ ਹੀ ਬ੍ਰਹਮਚਾਰੀ ਸਨ ਮਹਾਂਪੁਰਸ਼। ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ ਸਾਧੂ, ਕਿਉਂਕਿ ਬਾਬਾ ਜੀ ਨੇ ਸੋਚਿਆ ਸੀ ਵੀ ਗੁਰੂ ਨਾਨਕ ਦੇ ਮੱਤ ਦਾ ਪ੍ਰਚਾਰ ਉਹ ਬੰਦੇ ਕਰ ਸਕਦੇ ਨੇ ਜਿਹੜੇ ਪੂਰੀ ਤਰ੍ਹਾਂ ਸਮਰਪਿਤ ਹੋ ਜਾਣ। ਗ੍ਰਸਤੀ ਵੀ ਪ੍ਰਚਾਰਕ ਹੋ ਸਕਦੇ ਨੇ, ਪਰ ਫਿਰ ਵੀ ਉਹਨਾਂ ਨੂੰ ਆਪਣੇ ਬਾਲ ਬੱਚਿਆਂ ਦਾ, ਆਪਣੇ ਘਰ-ਬਾਰ ਦਾ 100 ਜ਼ਿੰਮੇਵਾਰੀ ਸੋਚਣੀ ਪਈ। ਤੇ ਉਹ ਵੀ ਬੰਦੇ ਚਾਹੀਦੇ ਜਿਹੜੇ ਸਾਰਾ ਜੀਵਨ ਹੀ ਇਸ ਪਾਸੇ ਲਾ ਦੇਣ, ਮੁੜ ਕੇ ਪਿੱਛੇ ਵੇਖਣ ਹੀ ਨਾ। ਉਹ ਉਦਾਸੀ ਸਾਧਾ ਨੇ ਕੰਮ ਕੀਤਾ, ਸੰਸਾਰ ਭਰ ਸਿੱਖੀ ਦਾ ਪ੍ਰਚਾਰ ਕੀਤਾ। ਅਫਸੋਸ ਹੈ ਅਸੀਂ ਉਸ ਸੰਪਰਦਾ ਨੂੰ ਇੰਜ ਕੱਢ ਕੇ ਬਾਹਰ ਰੱਖ ਦਿੱਤਾ 1925 'ਚ, ਜਿਵੇਂ ਮੱਖਣ 'ਚੋਂ ਵਾਲ ਕੱਢੀਦਾ। ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦੀ ਕਥਾ ਗੁਰਮੁਖ ਪ੍ਰਕਾਸ਼ 'ਚ ਲਿਖੀ, ਸਾਰੀਆਂ ਸੰਪਰਦਾਵਾਂ ਦੀ ਲਿਖੀ, ਉਦਾਸੀਆਂ ਦੀ, ਨਿਰਮਲਿਆਂ ਦੀ, ਨਿਹੰਗ ਸਿੰਘਾਂ ਦੀ, ਸੇਵਾ ਪੰਥੀਆਂ ਦੀ, ਜਿੰਨੇ ਸੰਪਰਦਾ ਸਾਰਿਆਂ ਦਾ ਆਪਣਾ ਯੋਗਦਾਨ ਹੈ। ਪੰਥ ਦਾ ਅੰਗ ਹਾਂ, ਸਾਰੇ ਮਾੜੇ ਨਹੀਂ ਹੋਇਆ ਕਰਦੇ। ਇੱਕ ਬੰਦਾ ਗਲਤੀ ਕਰੇ, ਦੋ ਕਰੇ, ਕੋਈ ਸਾਰੇ ਥੋੜਾ ਕਰਦੇ। ਅਸੀਂ ਸਾਰਿਆਂ ਨੂੰ ਇੱਕੋ ਲੈਣੇ, ਸਾਰਿਆਂ ਨੂੰ ਕੋਈ ਸਰੋਪਾ ਪਾ ਦਿੰਦੇ ਆ ਵੀ ਆਹ ਦੇਖੋ ਜੀ ਫਲਾਣੇ ਆਹ ਕਰ ਰਹੇ। ਸੋ ਖਾਲਸਾ ਜੀ ਬਾਬਾ ਕਿਰਪਾਲ ਦਾਸ ਜੀ ਬ੍ਰਹਮਚਾਰੀ ਸਨ, ਬਚਪਨ ਤੋਂ ਹੀ ਭਿੰਡਮ ਤੇ ਗੁਰੂ ਘਰ 'ਚ ਰਹਿ ਕੇ ਜਪ ਤਪ ਵੀ ਕੀਤਾ ਸੀ। ਬ੍ਰਹਮਚਰਜ ਦਾ ਬਲ ਤਾਂ ਹੁੰਦਾ ਹੀ, ਮਾਰੇ ਕਹਿੰਦੇ ਤ੍ਰੇਤਾ ਜੋਰ ਜਤੈ ਕਰ, ਉਹਦਾ ਬਲ ਸੀ ਉਹਨਾਂ ਵਿੱਚ। ਸੀਸ ਦੇ ਉੱਤੇ ਜਟਾ ਦਾ ਵੱਡਾ ਸਾਰਾ ਜੂੜਾ, ਇਸ ਤਰ੍ਹਾਂ ਜਿਵੇਂ ਕਿਸੇ ਰਾਜੇ ਦੇ ਸਿਰ ਤੇ ਮੁਕਟ ਸੋਭਾ ਪਾ ਰਿਹਾ ਹੋਵੇ। ਸਾਰੇ ਪਿੰਡੇ ਤੇ ਵਿਭੂਤੀ ਸੁਆਹ ਮਲੀ ਹੋਈ ਸੀ, ਇੱਕ ਲੰਗੋਟਾ ਹੀ ਪਹਿਨਦੇ ਸਨ। ਮਹਾਰਾਜ ਦਸਵੇਂ ਪਾਤਸ਼ਾਹ ਕੋਲ ਘੋੜਾ ਮੰਗਿਆ, ਮਹਾਰਾਜ ਨੇ ਸੰਤਾਂ ਨੂੰ ਘੋੜਾ ਦੇ ਦਿੱਤਾ।
ਸੰਤ ਘੋੜੇ ਤੇ ਬਹਿ ਕੇ ਤੇ ਸਲੋਤਰ ਮੋਢੇ ਤੇ ਰੱਖ ਕੇ ਜਕਾਰਾ ਗਜਾ ਕੇ ਦੁਸ਼ਮਣ ਦੇ ਦਲ ਵਿੱਚ ਜਾ ਪਏ। ਦਲ ਖਾਨਨ ਕੋ ਤਤਕਾਲ ਦਲਿਓ, ਜਿੱਧਰ ਖਾਨਾ ਦਾ ਦਲ ਸੀ ਦਾ ਮਹੰਤ ਕਿਰਪਾਲ ਦਾ ਸੀ ਉਧਰ ਹੀ ਜਾ ਰਹੇ ਨੇ ਜਕਾਰੇ ਗਜਾਉਂਦੇ ਹੋਏ, ਮਾਰ ਲੋ ਕਰਦੇ ਹੋਏ। ਤਨ ਭੈਰਵ ਭੇਖ ਸੁਪੈਦ ਕਲਿਓ, ਭੈਰਵ ਭਿਆਨਕ ਰੂਪ ਸੀਗਾ ਜਿਵੇਂ ਭੈਰੋ ਦਾ ਹੁੰਦਾ, ਸਾਰਾ ਪਿੰਡਾ ਸਵਾਰਨ ਮਲਿਆ, ਦਾੜਾ ਦੇ ਕੇਸ ਤੇ ਅੱਖਾਂ ਲਾਲ ਤੇ ਸਿਰ ਦੇ ਉੱਤੇ ਜੂੜਾ, ਉਦਾਂ ਹੀ ਕੱਚੇ ਪੇਲੇ ਤੇ ਦੇਖ ਕੇ ਡਰ ਜਾਣ। ਹਾਂਜੀ, ਰਿਗ ਆਨਨ ਲਾਲ ਸੁਕੋਪ ਭਰਿਓ, ਅੱਖਾਂ ਬਾਬਾ ਜੀ ਦੀਆਂ ਲਾਲ ਸੁਰਖ ਬੀਰ ਰਸ ਵਿੱਚ ਰੱਤੀਆਂ ਹੋਈਆਂ ਸਨ। ਕਿਰਪਾਏ ਪਠਾਨਨ ਅਗਰ ਭਰਿਓ, ਔਰ ਪਠਾਣਾ ਦੇ ਅੱਗੇ ਜਾ ਕੇ ਗਰਜਿਆ, ਬਿਲਕੁਲ ਭੈ ਹੀ ਨਹੀਂ ਮੈਨੂੰ ਕੋਈ ਤੀਰ ਵੱਜ ਜਾਏਗਾ, ਮੈਨੂੰ ਕੋਈ ਗੋਲੀ ਵੱਜ ਜਾਏਗੀ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਰਾਮ ਕਵਚ ਦਾਸ ਕਾ ਸੁਨਾ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਉਹ ਕਵਚ ਮਿਲੀ ਹੁੰਦੀ ਹੈ, ਸਜੋ ਮਿਲੀ ਹੁੰਦੀ ਹੈ। ਉਤਾਂਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ। ਇਹੋ ਜਿਹੇ ਮਹਾਂਪੁਰਸ਼ ਨਿਰਭੈ ਹੋ ਕੇ ਦੁਸ਼ਮਣ ਦੇ ਸਾਹਮਣੇ ਜਾ ਗੱਜੇ ਹਨ। ਤਤਕਾਲ ਹਿਆਤ ਬੰਗਾਰ ਲਿਓ, ਔਰ ਜਾਂਦਿਆਂ ਹਯਾਤ ਖਾਨ ਨੂੰ ਵੰਗਾਰਿਆ ਹੈ, ਉਹਦਾ ਨਾਂ ਲੈ ਕੇ ਵੰਗਾਰਿਆ, ਜਾਣਦੇ ਸਨ ਕਿਉਂਕਿ ਇੱਥੇ ਰਹਿੰਦਾ ਰਿਹਾ ਮੋਂਡਾ ਸਾਹਿਬ। ਹਾਂਜੀ, ਕਿਤ ਜਾਤ ਭਜਿਓ ਤੇ ਤਬੋ ਹੋ ਖਲਿਓ, ਬਾਬਾ ਜੀ ਕਹਿੰਦੇ ਹਯਾਤ ਖਾਨ ਕਿੱਥੇ ਭੱਜਿਆ ਜਾਣਾ, ਇੱਥੇ ਖੜਾ ਰਹਿ ਹੁਣ ਜਰਾ। ਮਮ ਸਾਥ ਕਿਰਪਾਨ ਨੇ ਕਾਰ ਦਲਿਓ, ਆ ਮੇਰੇ ਨਾਲ ਦੋ ਹੱਥ ਕਰ, ਢਾਲ ਤਲਵਾਰ ਤੇਰੀ, ਵੇਖੀਏ ਕਿੰਨੀ ਕੁ ਤਲਵਾਰ ਚਲਾਣੀ ਜਾਣਦਾ ਤੂੰ। ਹਮਰੇ ਬਹੁ ਵੀਰ ਹਤੇ ਰਣ ਮੈਂ, ਤੂੰ ਸਾਡੇ ਬੜੇ ਸਿੱਖ ਯੋਧੇ ਮਾਰ ਦਿੱਤੇ ਨੇ, ਹੁਣ ਤੈਨੂੰ ਦੇਖਾਂਗੇ ਵੀ ਕਿਵੇਂ ਤੂੰ ਸ਼ਸਤਰਧਾਰੀ ਤਲਵਾਰ ਚਲਾਣੀ ਜਾਣਦਾ, ਕਿੰਨੀ ਕੁ ਜਾਣਦਾ। ਹਾਂਜੀ, ਅਬ ਸਨਮੁਖ ਧੀਰ ਧਰੋ ਮਨ ਮੈਂ, ਹੁਣ ਹੌਸਲਾ ਰੱਖ ਜੇ ਅਸੀਂ ਆ ਗਏ ਆ ਤੇ ਭੱਜ ਨਾ ਹੁਣ ਸਾਡੇ ਸਾਹਮਣੇ। ਹਾਂਜੀ, ਸੁਲਖਾਨ ਮਰਿਓ ਲਲਕਾਰ ਤਹੀ, ਹਯਾਤ ਖਾਨ ਬਾਬਾ ਜੀ ਦੀ ਲਲਕਾਰ ਸੁਣ ਕੇ ਮੁੜਿਆ, ਜਿਵੇਂ ਨਾਗ ਕੇ ਪੂਛ ਹੈ ਦਾਵਤ ਹੀ, ਏਦਾਂ ਮੁੜਿਆ ਜਿਵੇਂ ਸੱਪ ਨਾਗ ਕਾਲੇ ਦੀ ਪੂਛ ਤੇ ਕੋਈ ਪੈਰ ਰੱਖਦੇ ਤੇ ਪਲਟ ਕੇ ਵਾਰ ਕਰਦਾ, ਗੁੱਸਾ ਖਾ ਕੇ ਅਣਖੀ ਹਯਾਤ ਖਾਨ ਮੁੜਿਆ। ਹੋਏ ਸਮੁਖ ਦੋਨੋਂ ਵੀਰ ਖੜੇ, ਦੋਵੇਂ ਸੂਰਮੇ ਆਮਣੇ ਸਾਹਮਣੇ ਖੜ ਗਏ, ਮਹੰਤ ਕਿਰਪਾਲ ਦਾਸ ਤੇ ਹਯਾਤ ਖਾਨ। ਤਰਵਾਰ ਨਿਕਾਰੀ ਕੋਪ ਭਰੇ, ਔਰ ਫੁਲਾਦੀ ਤਲਵਾਰ ਬਿਆਨ ਚ ਕੱਢੀ ਗੁੱਸੇ ਦੇ ਨਾਲ ਹਯਾਤ ਖਾਨ ਨੇ। ਕੁਤਕਾ ਬੜ ਮੋਟ ਸੰਭਾਲ ਸਬੈ, ਇਧਰ ਸੰਤਾਂ ਨੇ ਮੋਟਾ ਕੁਤਕਾ ਸਲੋਤਰ ਏਦਾਂ ਸੰਭਾਲ ਲਿਆ, ਤਿਆਰ ਕਰ ਲਿਆ। ਦਲ ਦੋਏ ਲਗੇ ਭਟ ਦੇਖ ਸਬੈ, ਦੋਵਾਂ ਪਾਸਿਆਂ ਦੀ ਫੌਜ ਦੇਖ ਰਹੀ, ਬੜਾ ਅਜੀਬ ਜਿਹਾ ਨਜ਼ਾਰਾ ਹੈ। ਇੱਕ ਸਾਧ ਜੰਗ ਕਰਨ ਆ ਗਿਆ। ਕਵੀ ਗਵਾਲ ਜੀ ਦੇ ਬਚਨ ਲਿਖੇ ਨੇ, ਉਹ ਕਹਿੰਦੇ ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਆਗਮੇ। ਇਹ ਕਲਗੀਆਂ ਵਾਲੇ ਤੇਰੀ ਬਾਣੀ ਪੜ੍ਹ ਕੇ ਅਗਿਆਨ ਵਿੱਚ ਜਿਨ੍ਹਾਂ ਨੂੰ ਕੋਈ ਸਮਝ ਨਹੀਂ, ਕੋਈ ਸੋਝੀ ਨਹੀਂ, ਉਹ ਅਗਿਆਨੀ ਵੀ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ। ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਆਗਮੇ। ਸਾਧ ਮੇ ਨਾ ਸ਼ੇਰ ਪਾਣ, ਸਾਧ ਵਿੱਚ ਕਦੀ ਸ਼ੇਰਾਂ ਵਾਲੀ ਖੋਖਾਰ ਬਿਰਤੀ ਨਹੀਂ ਹੁੰਦੀ, ਤੇ ਸ਼ੇਰ ਮੇ ਨਾ ਸਾਧ ਪਣ, ਤੇ ਸ਼ੇਰ ਕਦੀ ਸਾਧ ਨਹੀਂ ਬਣਿਆ। ਦੋ ਪਣ ਦੇਖੀਏ ਆਪ ਹੀ ਕੇ ਮਗ ਮੇ, ਤੁਹਾਡੇ ਪੰਥ ਵਿੱਚ ਇਹ ਦੋਵੇਂ ਚੀਜ਼ਾਂ ਇਕੱਠੀਆਂ ਦਿਸਦੀਆਂ। ਤੁਹਾਡਾ ਸਿੱਖ ਸੰਤ ਵੀ ਹੁੰਦਾ, ਸਿਪਾਹੀ ਵੀ ਹੁੰਦਾ। ਵੇਖ ਰਹੇ ਪਹਾੜੀਏ ਵੀ, ਇਧਰ ਪਠਾਨ ਵੀ, ਸਿੱਖ ਵੀ ਹੈਰਾਨ ਸਨ ਵੀ ਕਦੀ ਬਾਬਾ ਜੀ ਨੇ ਤੇ ਸੋਟਾ ਫੜ ਕੇ ਜਾਂ ਕੋਈ ਗੱਤਕਾ ਵੀ ਨਹੀਂ ਖੇਡਿਆ ਕਰੀਏ ਤੇ ਬੈਠੇ ਭਜਨ ਕਰਦੇ ਹੁੰਦੇ ਸੀ। ਅੱਜ ਕਿਹੜਾ ਰੰਗ ਵਿਖਾਣ ਲੱਗੇ ਆ, ਸਲੋਤਰ ਮੋਢੇ ਤੇ ਤਿਆਰ ਕਰ ਲਿਆ ਤੇ ਉਧਰੋਂ ਨੇ ਤਲਵਾਰ ਆਪਣੀ ਮਿਆਨ ਚ ਧੂ ਲਈ। ਲਖ ਸਾਧ ਘੂਟ ਜਿਦਾ ਉਤਰੇ, ਇਹ ਸਿਰ ਦੇ ਉੱਤੇ ਬੜਾ ਵੱਡਾ ਜੜਾਂ ਦਾ ਜੂੜਾ ਤੇ ਪਿੰਡੇ ਦੇ ਸੁਆਹ ਬਣੀ ਹੋਈ ਹੈ। ਇਹ ਸਾਧ ਕੀ ਕਰੇਗਾ? ਹਾਂਜੀ, ਮੇਰੇ ਨਾਲ ਪਠਾਨ ਤੇ ਸੰਤ ਖੜੇ, ਤੇ ਪਠਾਨ ਵੇਖ ਰਹੇ ਨੇ ਬਾਬਾ ਕਿਰਪਾਲ ਦਾਸ ਵੱਲ। ਇਹ ਜੁੱਧ ਭਲੋ ਹਟ ਸਾਧ ਕੀਓ, ਕਹਿੰਦੇ ਇਹ ਬੜਾ ਅਜੀਬ ਜਿਹਾ ਯੁੱਧ ਸੀਗਾ। ਇਹ ਸਮਝ ਨਹੀਂ ਸੀ ਆ ਰਹੀ ਵੀ ਸਾਧ ਬੰਦਾ ਕਿੱਥੇ ਜੰਗ ਲੜ ਲਏਗਾ। ਇਤ ਮਾਰਨ ਕੇ ਕੁਤਕਾ ਸੁਲਿਓ, ਉਹਨੇ ਕੁਤਕਾ ਫੜਿਆ ਸਾਧ ਨੇ, ਉਹਨੇ ਤਲਵਾਰ ਫੜੀ ਹੈ ਖਾਨ ਨੇ। ਤਜ ਕਾਰਨ ਦੇਖਣ ਦੋਇਨ ਕੋ, ਇਹਨਾਂ ਦਾ ਜੰਗ ਵੇਖਣ ਲਈ ਦੂਜੇ ਵੀ ਹਟ ਗਏ ਲੜਾਈ ਵੀ ਦੇਖੀ ਇਹ ਕੀ ਕਰਦੇ ਨੇ ਦੋਵੇਂ। ਮਕਬੂਲ ਵਕੀਲ ਸਕੋਏ ਨਾ ਕੋ, ਪਹਿਲਾਂ ਕਦੀ ਏਦਾਂ ਹੋਇਆ ਹੀ ਨਹੀਂ, ਕਦੀ ਇਸ ਤਰ੍ਹਾਂ ਦੇ ਲਿਬਾਸ ਵਾਲਾ ਭੂਤੀ ਮਲੀ ਜੜਾ ਦੇ ਜੂਟ ਵਾਲਾ ਸਾਧ ਕਦੀ ਜੰਗ ਕਰਦਾ ਵੇਖਿਆ ਹੀ ਨਹੀਂ। ਕਰ ਦੇਸ ਰੰਗ ਪਠਾਨ ਆਇਓ, ਉਹ ਪਠਾਨ ਨੇ ਆਪਣਾ ਘੋੜਾ ਤਿੱਖਾ ਕੀਤਾ, ਦਰਬਾਰ ਨਿਕਾਰ ਬਾਹਰ ਲਿਓ, ਉਹਨੇ ਤਲਵਾਰ ਹੱਥ ਵਿੱਚ ਫੜੀ ਤੇ ਘੋੜਾ ਦੜਾ ਕੇ ਆਇਆ ਹਯਾਤ ਖਾਨ। ਪੁਰ ਧੀਰਜ ਸਮੁਖ ਸਾਧ ਖਲਿਓ, ਅੱਗੇ ਬਾਬਾ ਜੀ ਬੜੀ ਧੀਰਜ ਨਾਲ ਖੜੇ ਨੇ, ਬੜੇ ਹੌਸਲੇ ਨਾਲ, ਪੂਰੇ ਇਰਾਦੇ ਨਾਲ ਖੜੇ ਨੇ ਵੀ ਆਵੇ ਤੇ ਸਹੀ ਜਰਾ ਨੇੜੇ।
ਕਾ ਕਹਿ ਨਾਇਕ ਨਾ ਹੀ ਡਰਿਓ। ਉਤਕਾ ਹੱਥ ਵਿੱਚ ਫੜਿਆ, ਬਿਲਕੁਲ ਰਤੀ ਜਿੰਨਾ ਵੀ ਡਰ ਮਲਾਲ ਮਨ ਵਿੱਚ ਨਹੀਂ ਆਇਆ। ਚੜ੍ਹਦੀ ਕਲਾ 'ਚ ਖੜੇ ਨੇ ਬਾਬਾ ਕਿਰਪਾਲ ਦਾਸ ਜੀ। ਤਬ ਖਾਨ ਹਯਾਤ ਸਮੀਪ ਟੁਕਿਓ। ਖਾਨ ਹਯਾਤ ਜਦੋਂ ਬਾਬਾ ਜੀ ਦੇ ਨੇੜੇ ਆਇਆ, ਕਰਵਾਰ ਘਰੇ ਕਰਵਾਰ ਰੁਕਿਓ। ਉਹਨੇ ਤਲਵਾਰ ਦਾ ਭਰਵਾਂ ਵਾਰ ਬਾਬਾ ਜੀ ਤੇ ਕੀਤਾ। ਤਦ ਕਾ ਕਰ ਅਗਰ ਬਚਾਏ ਭਲੇ। ਤੇ ਬਾਬਾ ਜੀ ਨੇ ਉਸ ਤਲਵਾਰ ਦੇ ਅੱਗੇ ਸਲੋਤਰ ਕਰਤਾ। ਮੋਟਾ ਸੋਟਾ ਬੜਾ ਭਾਰੀ ਟਾਹਲੀ ਦੀ ਲੱਕੜ ਦਾ ਬਣਿਆ ਸਲੋਤਰ ਸੀਗਾ। ਅੱਗੇ ਜਦੋਂ ਕੀਤਾ ਨਾ ਤਲਵਾਰ ਉੱਤੇ ਵੱਜੀ ਹੈ। ਅਸ ਟੂਟ ਤਬੈ ਗਿਰਗਾ ਸੁਤਲੇ। ਫਲਾਦੀ ਤਲਵਾਰ ਟੁੱਟ ਕੇ ਦੋ ਹਿੱਸੇ ਹੋ ਟੁੱਟ ਗਈ। ਤਲਵਾਰ ਜਿਹੜੀ ਡਾਂਗ ਵਾਲਾ ਨਹੀਂ, ਤਲਵਾਰ ਵਾਲੇ ਦੇ ਕਾਬੂ ਆਉਂਦਾ। ਜਿਹੜੇ ਪੁਰਾਣੇ ਨਿਹੰਗ ਸਿੰਘ ਬਜ਼ੁਰਗ ਉਹ ਕਹਿੰਦੇ ਹੁੰਦੇ ਸੀ ਜੇ ਤਲਵਾਰ ਰੱਖੀ ਤੇ ਢਾਲ ਘੱਟੋ ਘੱਟ ਨਾ ਰੱਖੋ ਤੇ ਡਾਂਗ ਵੀ ਰੱਖੋ, ਨਹੀਂ ਤੇ ਤਲਵਾਰ ਵਾਲੇ ਨੂੰ ਡਾਂਗ ਵਾਲਾ ਅੱਗੇ ਲਾ ਦਿੰਦਾ। ਉਹ ਡਾਂਗ ਖਾਣ ਵੀ 5-7 ਫੁੱਟ ਤੋਂ ਪੈਣੀ ਤੇ ਤਲਵਾਰ ਵੀ ਚਲੇਗੀ 3 ਫੁੱਟ ਵੱਧ ਤੋਂ ਵੱਧ ਜਾਏਗੀ। ਤੇ ਜੇ ਵਾਰ ਲੱਗ ਗਿਆ ਲੱਗੇ ਡਾਂਗ ਵਾਲੇ ਤੇ ਜਿੱਧਰੋਂ ਮਰਜ਼ੀ ਛੱਡੀ ਆਉਣੀ ਤੇ ਡਾਂਗ ਦੇ ਉੱਤੇ ਤਲਵਾਰ ਟੁੱਟ ਜਾਂਦੀ ਹੈ ਕਈ ਵਾਰ। ਉਹੀ ਕੰਮ ਹੋਇਆ। ਛੋਟਾ ਸੀ ਮੋਟਾ ਟਾਹਲੀ ਦਾ ਸੀਗਾ, ਉਹਦੇ ਤੇ ਤਲਵਾਰ ਵੱਜੀ। ਹਯਾਤ ਖਾਨ ਦੀ ਟੁੱਟ ਕੇ 2 ਟੋਟੇ ਹੋ ਗਈ। ਭਵ ਕਿਉ ਸਮਕੇ ਹੈ ਸਾਧ ਤਬੈ। ਜਦੋਂ ਤਲਵਾਰ ਉਹਦੀ ਟੁੱਟ ਗਈ ਤੇ ਬਾਬਾ ਜੀ ਸ਼ੇਰ ਤਰ੍ਹਾਂ ਭਵਕੇ। ਫਿਰ ਬਾਬਾ ਕਿਰਪਾਲ ਦਾਸ ਤਦ ਦੋਏ ਬਿਲੋਕਤ ਵੀਰ ਸਭੈ। ਦੋਵਾਂ ਦਲਾਂ ਦੇ ਸਿਪਾਹੀ ਵੇਖ ਰਹੇ ਨੇ। ਗੁਰ ਕਾ ਬਲ ਸਾਥ ਸੰਭਾਲ ਲਿਓ। ਪੂਰੇ ਬਲ ਦੇ ਨਾਲ ਕੁੱਤਕਾ ਸਿਰ ਪੈਰਾਂ ਦੇ ਨੋਹ ਤੋਂ ਲੈ ਕੇ ਨਾ ਸਿਰ ਦੀ ਚੋਟੀ ਤੱਕ ਦਾ ਸਾਰਾ ਬਲ ਇੱਕ ਥਾਂ ਦੇ ਇਕਾਗਰ ਕਰਨਾ ਪੈਂਦਾ। ਤੇ ਸੁਰਤ ਦਾ ਕੰਮ ਹੁੰਦਾ ਜੰਗ ਬਲ ਨਾਲ ਨਹੀਂ, ਇਹ ਸੁਰਤ ਨਾਲ ਜਿੱਤਿਆ ਜਾਂਦਾ। ਜਦੋਂ ਇਕਾਗਰਤਾ ਬਣਦੀ ਉਦੋਂ ਵਾਰ ਟਿਕਾਣੇ ਤੇ ਲੱਗਦਾ। ਹਾਂਜੀ ਸਿਰ ਖਾਨ ਹਯਾਤ ਨੇ ਕੇ ਝੜ ਦਿਓ। ਕਹਿੰਦੇ ਫਿਰ ਮਹਾਰਾਜ 10ਵੇਂ ਪਾਤਸ਼ਾਹ ਨੇ ਕਿ ਲਿਖੀ ਕਥਾ, ਕਹਿੰਦੇ ਹਯਾਤ ਖਾਨ ਦੇ ਸਿਰ ਦੇ ਵਿੱਚ ਸੋਟਾ ਮਾਰਿਆ ਕੱਸ ਕੇ। ਬਲ ਕੋ ਬਲ ਪਾਏ ਰਕਾਬਨ ਪੈ। ਬਾਬਾ ਜੀ ਜਦੋਂ ਸੋਟਾ ਮਾਰਿਆ ਨਾ ਆਪਣਾ ਪੈਰ ਦੋਵੇਂ ਚਰਨ ਜਿਹੜੇ ਸੀ ਨਾ ਉਹ ਰਕਾਬਾਂ ਦੇ ਵਿੱਚ ਖੜੇ ਹੋ ਗਏ। ਰਕਾਬਾਂ ਦੇ ਭਾਰ ਪਾ ਕੇ ਨਾ ਪੂਰੇ ਬਲ ਨਾਲ ਜਿਹੜੀ ਸਿਰ ਤੋਂ ਪੈਰ ਤੱਕ ਦਾ ਪੂਰਾ ਜ਼ੋਰ ਇਕਾਗਰ ਕਰਕੇ ਮਾਰਿਆ। ਕੁਛ ਰਿਓ ਕੁਛ ਪੁੱਛ ਹੈ ਆਸਨ ਪੈ। ਬਾਬਾ ਜੀ ਆਪਣੇ ਘੋੜੇ ਦੀ ਕਾਠੀ ਤੋਂ ਉਛਲ ਕੇ ਥੋੜਾ ਜਿਹਾ ਵਾਰ ਕੀਤਾ। ਸਗਰੇ ਤਨ ਓਜ ਲਗਾਏ ਵੱਡੋ। ਸਾਰੇ ਸਰੀਰ ਦਾ ਬਲ ਲਾ ਕੇ ਮਾਰਿਆ ਸੋਟਾ। ਕੁਤਕਾਜ ਹਾਥ ਨੇ ਸਾਥ ਛੱਡੋ। ਦੋਵਾਂ ਹੱਥਾਂ ਦਾ ਮਾਰਿਆ ਹੋਇਆ ਕੁੱਤਕਾ ਜਾ ਹਯਾਤ ਖਾਨ ਦੇ ਸਿਰ 'ਚ ਵੱਜਾ। ਇਸ ਭਾਂਤ ਲਗਿਓ ਸਿਰ ਫੋਰ ਦਿਓ। ਇਸ ਤਰ੍ਹਾਂ ਵੱਜਾ ਕਿ ਸਿਰ ਜਿਹੜਾ ਨਾ ਉਹ ਖਖੜੀ ਹੋ ਗਿਆ। ਮੈਂ ਸੇਤ ਸਮ੍ਰਿਤ ਭਇਓ। ਕਹਿੰਦੇ ਸਿਰ ਦੇ ਵਿੱਚੋਂ ਮਿੱਝ ਜਿਹੜੀ ਸੀ ਨਾ ਚਿੱਟੇ ਰੰਗ ਦੀ ਉਹ ਦੋਵਾਂ ਪਾਸਿਆਂ ਚਾਰੇ ਪਾਸਿਆਂ ਤੇ ਖਿਲਰ ਗਈ ਤੇ ਵਿੱਚੋਂ ਕਈ ਛਿੱਟੇ ਉੱਡ ਕੇ ਬਾਬਾ ਜੀ ਦੇ ਸਰੀਰ ਤੇ ਵੀ ਪੈ ਗਏ ਉਹਦੇ। ਹਾਂਜੀ ਬਹੁ ਖੰਡ ਕਰੇ ਜਿਹ ਸੀਸ ਹੈ ਕੇ। ਕਹਿੰਦੇ ਉਹਦੇ ਸਰੀਰ ਸਿਰ ਦੇ ਨਾ ਕਈ ਟੋਟੇ ਕਰਤੇ ਖਖੜੀ ਤਰ੍ਹਾਂ ਖਲੇਰ ਦਿੱਤਾ ਸਿਰ ਉਹਦਾ। ਸਭ ਦੇਖਤ ਹੈ ਅਗਰ ਈਸ਼ ਹੈ ਕੇ। ਪਹਾੜੀ ਰਾਜੇ ਤੇ ਉਹਨਾਂ ਦੇ ਜਰਨੈਲ ਦੇਖ ਰਹੇ ਸਨ ਤੇ ਪਠਾਨ ਵੀ ਦੇਖ ਰਹੇ ਸਨ ਤੇ ਸਿੱਖ ਵੀ ਦੇਖ ਰਹੇ ਸਨ ਤੇ ਉੱਤੇ ਗੜੀ ਤੇ ਮਹਾਰਾਜ 10ਵੇਂ ਪਾਤਸ਼ਾਹ ਵੀ ਦੇਖ ਰਹੇ ਸਨ। ਗੁਰ ਸ਼੍ਰੀ ਮੁਖ ਦੇ ਉਪਮਾ ਸੋ ਭਨੀ। ਸ੍ਰੀ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਆਪਣੇ ਬੁਖਾਰ ਵਿੱਚ ਤੋਂ ਇਹਦੀ ਉਪਮਾ ਲਿਖੀ ਹੈ। ਸਾਧ ਸੰਗਤ ਜੀ ਕਈ ਕਹਿੰਦੇ 10ਵੇਂ ਪਾਤਸ਼ਾਹ ਦਾ ਬਚਿੱਤਰ ਨਾਟਕ ਅੰਗਰੇਜ਼ਾਂ ਵੇਲੇ ਲਿਖਿਆ ਸੀਗਾ। ਅੰਗਰੇਜ਼ ਕਦੋਂ ਆਏ ਸੀ? 1849 ਚ ਪੰਜਾਬ ਚ ਆਏ ਸੀ ਤੇ ਥੋੜਾ ਜਿਹਾ ਦਿੱਲੀ ਵੱਲ ਆਏ ਹੋਣਗੇ ਤੇ ਇਹ ਗ੍ਰੰਥ ਲਿਖਿਆ 1843 ਵਿੱਚ ਭਾਈ ਸੰਤੋਖ ਸਿੰਘ ਉਹਨਾਂ ਨੇ। ਤੇ ਕਵੀ ਜੀ ਕਹਿ ਰਹੇ ਨੇ ਵੀ ਬਚਿੱਤਰ ਨਾਟਕ ਦੇ 10ਵੇਂ ਪਾਤਸ਼ਾਹ ਨੇ ਆਪਣੇ ਸ੍ਰੀ ਮੁਖ ਤੋਂ ਜੰਗ ਦੀ ਕਥਾ ਲਿਖੀ। ਬਚਿੱਤਰ ਨਾਟਕ ਕਲਗੀਧਰ ਦੀ ਬਾਣੀ ਹੈ। ਉਹਨਾਂ ਨੇ ਆਪ ਮੈਂ ਆਪਣੀ ਕਥਾ ਬਖਾਨੋ ਲਓ। ਦੇਖੋ ਅੱਗੇ ਪ੍ਰਮਾਣ ਮਿਲਦੇ ਨਾ ਵੀ ਕਦੋਂ ਪਿੱਛੇ ਤੋਂ ਪਿੱਛੇ ਇਸ ਗ੍ਰੰਥ ਦੇ ਉਦਾਹਰਨ ਕਿੱਥੇ ਤੱਕ ਮਿਲਦੇ ਨੇ। ਕਦੀ ਉਸ ਵਿਸ਼ੇ ਤੇ ਤੁਸੀਂ ਵਿਚਾਰ ਕਰੋਗੇ ਤੁਹਾਨੂੰ 18ਵੀਂ ਸਦੀ ਦੇ 10-20 ਗ੍ਰੰਥ ਨੇ ਜਿਹਨਾਂ 'ਚ ਇਹਦਾ ਜ਼ਿਕਰ ਆਉਂਦਾ। ਇੱਕ ਭਾਈ ਸੰਤੋਖ ਸਿੰਘ ਜੀ ਮੰਨ ਰਹੇ ਨੇ ਵੀ ਕਲਗੀਧਰ ਨੇ ਆਪ ਇਹ ਕਥਾ ਬਚਿੱਤਰ ਨਾਟਕ ਵਿੱਚ ਲਿਖੀ। ਗੁਰ ਸ੍ਰੀ ਮੁਖ ਤੇ ਉਪਮਾ ਸੋ ਭਨੀ। ਆਪਣੇ ਬੁਖਾਰ ਵਿੱਚ ਤੋਂ ਉਪਮਾ ਕਰਦੇ ਸੱਚੇ ਪਾਤਸ਼ਾਹ ਜੀ ਸੰਤ ਕਿਰਪਾਲ ਦਾਸ ਜੀ ਨੇ ਜੰਗ ਦੀ। ਦਦ ਕੀ ਮਟਕੀ ਜਨ ਸ਼ਾਮ ਹਨੀ। ਕਹਿੰਦੇ ਜਿਵੇਂ ਦਹੀਂ ਦੀ ਮਟਕੀ ਨੂੰ ਕ੍ਰਿਸ਼ਨ ਜੀ ਭੰਨ ਦਿੰਦੇ ਸਨ ਇਉਂ ਭੰਨ ਸੁੱਟਿਆ। ਜਿਵੇਂ ਭੀਮ ਗਦਾ ਗਹਿ ਹੱਥਨ ਮੈਂ। ਜਿਵੇਂ ਭੀਮ ਨੇ ਗਦਾ ਫੜ ਕੇ ਆਪਣੇ ਹੱਥਾਂ ਦੇ ਵਿੱਚ ਦੁਰਜੋਧਨ ਕੇ ਹਨੀ ਪਾਟਨ ਮੈਂ। ਤੇ ਦੁਰਜੋਧਨ ਦੇ ਪੱਟ ਭੰਨੇ ਸਨ ਨਾ
ਏਦਾਂ ਭੰਨ ਦਿੱਤਾ ਸਿਰ। ਭੁਜੰਗ ਛੰਦ ਕਿਰਪਾਲ ਕੋਪੀ ਅੰਕਤ ਕੋ ਸੰਭਾਰੀ। ਇਹ ਮਹਾਰਾਜ 10ਵੇਂ ਪਾਤਸ਼ਾਹ ਦੀ ਬਾਣੀ ਚੋਂ ਭਾਈ ਸਾਹਿਬ ਨੇ ਇੱਥੇ ਉਹ ਟੂਕਾਂ ਲਿਖੀਆਂ ਨੇ। ਕਿਰਪਾਲ ਕੋਪਿਅੰ ਕੁਤ ਕੋ ਸੰਭਾਰੀ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਸੰਤ ਕਿਰਪਾਲ ਦਾਸ ਜੀ ਬੀਦਾਸ ਸਾਹਿਬ ਕੁਤਕਾ ਸੰਭਾਲ ਲਿਆ, ਸੋਟਾ ਫੜ ਲਿਆ। ਕਠੀ ਖਾਨ ਹਯਾਤ ਕੇ ਸੀਸ ਝਾਰੀ। ਤੇ ਕੁਤਕਾ ਹਯਾਤ ਖਾਨ ਦੇ ਸਿਰ ਮਾਰਿਆ ਕੱਸ ਕੇ। ਉਠੀ ਛਿਛ ਇਛੰ ਕਢਾ ਮੇਜ ਜੋਜੰ। ਕਹਿੰਦੇ ਉਹਦੇ ਸਿਰ ਦੇ ਵਿੱਚੋਂ ਉਹਦੀ ਚਰਬੀ ਦੀਆਂ ਛਿੱਟਾਂ ਏਦਾਂ ਖਿਲਰ ਗਈਆਂ, ਮਿੱਝ ਨਿਕਲ ਗਈ ਸਿਰ ਦੇ ਵਿੱਚੋਂ। ਮਨੁ ਮਾਖਨ ਮਟਕੀ ਕਾਨ ਖੋਰੰ। ਮਾਂ ਨੂੰ ਮੱਖਣ ਦੀ ਮਟਕੀ ਨੂੰ ਕ੍ਰਿਸ਼ਨ ਨੇ ਭੰਨ ਦਿੱਤਾ ਹੋਵੇ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਜਦੋਂ ਉਹਨੂੰ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਵਾਪਸ ਆਏ ਤੇ ਹਜ਼ੂਰ ਨੇ ਸੰਤ ਕਿਰਪਾਲ ਦਾਸ ਨੂੰ ਬੜੀਆਂ ਬਖਸ਼ਿਸ਼ਾਂ ਨਾਲ ਨਵਾਜਿਆ। ਜੰਗ ਕਿਵੇਂ ਹੋ ਰਿਹਾ ਇਹ ਕਥਾ ਬੜੇ ਵਿਸਥਾਰ ਨਾਲ ਆਪ ਜੀ ਕੇ ਸਰਵਣ ਕਰੋਗੇ। 5-7 ਮਿੰਟ ਉੱਤੇ ਹੋ ਗਏ ਨੇ, ਪਰ ਪ੍ਰਸੰਗ ਇਹੋ ਜਿਹਾ ਸੀ ਉਹਨੂੰ ਛੱਡਿਆ ਨਹੀਂ ਸੀ ਜਾ ਸਕਦਾ। ਸੰਗਤ ਤੋਂ